ਧਨ ਸੋ ਦਿਨ ਸੰਜੋਗੜਾ ਜਦ ਡਿਠਾ ਗੁਰ ਦਰਸਾਰ। ਗੁਰੂ ਨਾਨਕ ਤੇ ਆਦਿ ਲੈ ਦਸਵੇਂ ਗੁਰ ਪਰਯੰਤ। ਬਾਰੰਬਾਰ ਮਮ ਬੰਦਨ ਸਾਹਿਬ ਸ੍ਰੀ ਗੁਰੂ ਗ੍ਰੰਥ। ਖਾਲਸਾ ਅਕਾਲ ਪੁਰਖ ਕੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮੈਂ ਨਾਹੀਂ ਕਛ ਹਉ ਨਹੀਂ ਕਛ ਆਹੇ ਨ ਮੋਰਾ। ਅਵਸਰ ਲੱਜਾ ਰਾਖ ਲਿਹੋ ਸਦਨਾ ਜਨ ਤੋਰਾ। ਸਗਲ ਦੁਆਰ ਕੋ ਛਾੜ ਕੈ ਗਹਿਓ ਤੁਹਾਰੂ ਦੁਆਰ। ਬਾਹੇ ਗਹੇ ਕੀ ਲਾਜ ਆਸ ਗੋਬਿੰਦ ਦਾਸ ਤੁਹਾਰ। ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ। ਹਾਵਣਾ ਸਗਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ। ਸੋ ਕਹੋ ਟਲ ਗੁਰ ਸੇਵੀਐ ਅਹਨਿ ਸਹਜ ਸੁਭਾਇ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਪਿਆਰ ਅਦਬ ਸਤਿਕਾਰ ਨਾਲ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਵਿਖੇ ਬੜੇ ਪਿਆਰ ਅਦਬ ਸਤਿਕਾਰ ਨਾਲ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਔਰ ਲਾਈਵ ਟੈਲੀਕਾਸਟ ਦੇ ਮਾਧਿਅਮ ਰਾਹੀਂ ਦੇਸ਼ ਵਿਦੇਸ਼ ਦੇ ਅੰਦਰ ਆਪੋ ਆਪਣੇ ਘਰਾਂ ਵਿੱਚ ਜੁੜ ਬੈਠ ਕੇ ਸਤਿਗੁਰਾਂ ਦੇ ਪਾਵਨ ਦਰਬਾਰ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਆਓ ਸਰਬੱਤ ਮਾਈ ਭਾਈ ਸੰਗਤਾਂ ਵੱਡੇ ਭਾਗਾਂ ਵਾਲੇ ਹਾਂ। ਸਤਿਗੁਰਾਂ ਦੇ ਪਾਵਨ ਦਰਬਾਰ ਨਾਲ ਜੁੜਨ ਦਾ ਸੁਨਹਿਰੀ ਸਮਾਂ ਸਾਨੂੰ ਪ੍ਰਾਪਤ ਹੋ ਰਿਹਾ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸੁਭਾਇਮਨ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਬਾਣੀ ਗੁਰੂ ਸ਼ਬਦ ਗੁਰੂ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਸਰਬ ਮਾਨਵਤਾ ਦੇ ਮਾਰਗ ਦਰਸ਼ਕ ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਬੜੇ ਅਦਬ ਸਤਿਕਾਰ ਨਾਲ ਸੀਸ ਝੁਕਾ ਕੇ ਸਰਬੱਤ ਸੰਗਤਾਂ ਸ਼ਹੀਦ ਪਿਤਾ ਦੇ ਪੁੱਤਰ ਸ਼ਹੀਦ ਪੁੱਤਰਾਂ ਦੇ ਪਿਤਾ ਸਰਬੰਸ ਦਾਨੀ ਅੰਮ੍ਰਿਤ ਕੇ ਦਾਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੀਆਂ ਸੰਗਤਾਂ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਹਿਮਤਾਂ ਬਖਸ਼ਿਸ਼ਾਂ ਸਤਿਗੁਰਾਂ ਦੀਆਂ ਹੋਈਆਂ ਨੇ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ ਹਉ ਬਲਿਹਾਰੀ ਸਤਿਗੁਰ ਚਰਨਾ। ਧੰਨ ਸੋ ਵੇਲਾ ਘੜੀ ਧੰਨ ਧੰਨ ਮੂਰਤ ਪਲਛਾਰ। ਧੰਨ ਸੋ ਦਿਨ ਸੰਜੋਗੜਾ ਜਿਤ ਡਿਠਾ ਗੁਰ ਦਰਸਾਰ। 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਦਿਦਾਰੇ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਗਤਾਂ ਪ੍ਰਾਪਤ ਕਰ ਰਹੀਆਂ ਨੇ। ਇਹ ਸਤਿਗੁਰ ਦੀ ਰਹਿਮਤ ਹੈ। ਜਿਸ ਧਰਤੀ ਨੂੰ ਮੇਰੇ ਕਲਗੀਧਰ ਪਾਤਸ਼ਾਹ ਨੇ ਚਰਨ ਪਾ ਕੇ ਨਵਾਜਿਆ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਨਾਢਾ ਸਾਹਿਬ ਸਤਿਗੁਰਾਂ ਦਾ ਵਿਸ਼ਵ ਵਿਖਿਆਤ ਪਾਵਨ ਸਥਾਨ ਹੈ। ਲੱਖਾਂ ਸੰਗਤਾਂ ਦਰਸ਼ਨ ਦਿਦਾਰੇ ਕਰਨ ਵਾਸਤੇ ਪੁੱਜਦੀਆਂ। ਸਤਿਗੁਰ ਦੀ ਰਹਿਮਤ ਸਦਕਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪ ਸਰਬੱਤ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਪਾਵਨ ਸਥਾਨ ਦਾ ਪ੍ਰਬੰਧ ਕੀਤਾ ਜਾ ਰਿਹਾ। ਸਤਿਗੁਰਾਂ ਦੇ ਦਰਬਾਰ ਸਜਦੇ ਨੇ। ਗੁਰਬਾਣੀ ਕਥਾ ਕੀਰਤਨ ਗੁਰੂ ਕੇ ਅਤੁੱਟ ਲੰਗਰ ਵਰਤਦੇ ਹੈ।
ਲੱਖਾਂ ਹਜ਼ਾਰਾਂ ਸੰਗਤਾਂ ਸਤਿਗੁਰਾਂ ਦੇ ਦਰ 'ਤੇ ਨਤਮਸਤਕ ਹੁੰਦੀਆਂ ਨੇ। ਝੋਲੀਆਂ ਭਰ ਕੇ ਗੁਰੂ ਤੋਂ ਮੁਰਾਦਾਂ ਪੂਰਨ ਕਰਕੇ ਜਾਂਦੀਆਂ, ਗੁਰੂ ਕੇ ਲੰਗਰ ਛਕ ਕੇ ਸੰਤੁਸ਼ਟ ਹੁੰਦੀਆਂ ਨੇ, ਆਰਾਮ ਕਰਦੀਆਂ ਨੇ। ਸਤਿਗੁਰਾਂ ਦੇ ਦਰਬਾਰ ਵਿੱਚ ਆ ਕੇ ਸੁੰਦਰ ਸਰਾਵਾਂ ਬਣੀਆਂ ਨੇ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਤੇ ਬਖਸ਼ਿਸ਼ ਹੈ, ਕਿਉਂਕਿ ਇਹ ਗੁਰੂ ਦਾ ਦਰਬਾਰ ਹੈ। ਇੱਥੇ ਗੁਰਮੁਖ ਪਿਆਰਿਓ ਬੰਦਗੀ ਭਗਤੀ, ਇੱਥੇ ਸੇਵਾ ਤੇ ਸਿਮਰਨ, ਇੱਥੇ ਗੁਰੂ ਕਾ ਲੰਗਰ ਤੇ ਆਰਾਮ, ਇਹ ਸਾਰਾ ਕੁਝ ਹੀ ਇੱਥੇ ਗੁਰੂ ਦੇ ਦਰਬਾਰ 'ਚ ਪ੍ਰਾਪਤ ਹੁੰਦਾ। ਸਾਈਂ ਬੁੱਲ੍ਹੇ ਸ਼ਾਹ ਦੇ ਜੀਵਨ ਦੀ ਇੱਕ ਛੋਟੀ ਜਿਹੀ ਕਥਾ ਆਪਾਂ ਸਾਂਝੀ ਕਰਦੇ ਹੁੰਦੇ ਹਾਂ ਕਿ ਸਾਈਂ ਬੁੱਲ੍ਹੇ ਸ਼ਾਹ ਭੁੱਖ ਲੱਗੀ ਸੀ, ਬੜੇ ਜ਼ੋਰਾਂ ਦੀ ਭੁੱਖ। ਸਾਹਮਣੇ ਮੰਦਰ ਦਿਖਾਈ ਦਿੱਤਾ, ਗਏ, ਜਾ ਕੇ ਗੁਰਮੁਖ ਪਿਆਰਿਓ ਦੇਵੀ ਦੇਵਤਿਆਂ ਦੇ ਦਰਸ਼ਨ ਕੀਤੇ। ਪੰਡਤ ਪੁਜਾਰੀ ਖੜ੍ਹੇ ਆ, ਉਹਨਾਂ ਕੋਲੇ ਭੋਜਨ ਪ੍ਰਸ਼ਾਦਾ ਮੰਗਿਆ ਤੇ ਪੁਜਾਰੀ ਜੀ ਨੇ ਜਵਾਬ ਦਿੱਤਾ ਕਿ ਮੰਦਰ ਵਿੱਚ ਲੰਗਰ ਨਹੀਂ ਵਰਤਦਾ, ਭੋਜਨ ਪ੍ਰਸ਼ਾਦਾ ਤੇ ਮੇਰਾ ਵੀ ਬਾਹਰੋਂ ਆਉਂਦਾ, ਕਿਉਂਕਿ ਉੱਥੇ ਉਹ ਪ੍ਰਥਾ ਨਹੀਂ ਹੈ, ਮਰਿਆਦਾ ਨਹੀਂ ਹੈ। ਮਸਜਿਦ ਵਿੱਚ ਗਿਆ, ਉੱਥੇ ਵੀ ਜੋ ਮੌਲਵੀ ਸਨ, ਜੋ ਗੁਰਮੁਖ ਪਿਆਰਿਓ ਸੇਵਾਦਾਰ ਸਨ ਮਸਜਿਦ ਮਸੀਤ ਦੇ, ਉਹਨਾਂ ਨੂੰ ਮਿਲਿਆ, ਭੋਜਨ ਦੀ ਮੰਗ ਕੀਤੀ, ਪ੍ਰਸ਼ਾਦੇ ਦੀ ਭੁੱਖ ਲੱਗੀ ਸੀ। ਆਖਿਆ ਫਕੀਰਾ ਨਮਾਜ਼ ਕਰ ਲੈ, ਭੋਜਨ ਪ੍ਰਸ਼ਾਦੇ ਦਾ ਇੱਥੇ ਪ੍ਰਬੰਧ ਨਹੀਂ, ਪ੍ਰਥਾ ਨਹੀਂ ਹੈ। ਰਹੋ ਵਿਚਾਰ। ਵੱਖ ਵੱਖ ਧਰਮ ਸਥਾਨਾਂ 'ਤੇ ਜਾਣ ਤੋਂ ਬਾਅਦ ਗੁਰੂ ਕਾ ਨਿਸ਼ਾਨ ਝੁੱਲਦਾ ਦਿਖਾਈ ਦਿੱਤਾ। ਨਿਸ਼ਾਨ ਸਾਹਿਬ ਦਾ ਫਰਲਾ ਝੁੱਲ ਰਿਹਾ ਸੀ, ਆਵਾਜ਼ਾਂ ਮਾਰ ਰਿਹਾ ਸੀ, ਫਕੀਰਾ ਆ ਜਾ, ਗੁਰੂ ਦੇ ਦਵਾਰੇ 'ਤੇ ਰੂਹਾਨੀਅਤ ਲੈਣੀ ਹੈ ਤਾਂ ਆ ਜਾ, ਆਰਾਮ ਕਰਨਾ ਤਾਂ ਆ ਜਾ, ਭੋਜਨ ਪ੍ਰਸ਼ਾਦਾ ਛਕਣਾ ਤਾਂ ਆ ਜਾ, ਮਨ ਦੀਆਂ ਮੁਰਾਦਾਂ ਪੂਰੀਆਂ ਕਰਨੀਆਂ ਤਾਂ ਆ ਜਾ। ਗੁਰੂ ਕਾ ਨਿਸ਼ਾਨ ਝੂਲਦਾ ਫਰਲਾ। ਸਾਈਂ ਬੁੱਲ੍ਹੇ ਸ਼ਾਹ ਜਦੋਂ ਆਇਆ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਰਸ਼ਾਂ ਕੁਰਸਾਂ ਦੇ ਮਾਲਕ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦਿਦਾਰੇ ਬਖਸ਼ ਰਹੇ, ਨਤਮਸਤਕ ਹੋਇਆ। ਬਰਸ਼ੇ ਵਾਲਾ ਸੇਵਾਦਾਰ ਪਹਿਰੇਦਾਰ ਖੜਾ ਸੀ, ਉਹਨੇ ਆਖਿਆ ਫਕੀਰਾ ਜੇ ਸਿਮਰਨ ਬੰਦਗੀ ਭਗਤੀ ਕਰਨੀ ਇੱਥੇ ਬਹਿ ਜਾ। ਗੁਰੂ ਕਾ ਕੀਰਤਨ ਹੋ ਰਿਹਾ ਸੀ, ਤਬਲਾ ਵੱਜ ਰਿਹਾ ਸੀ, ਹਾਰਮੋਨੀਅਮ ਵੱਜ ਰਿਹਾ। ਰਾਗੀ ਸਿੰਘ ਗੁਰੂ ਕੇ ਕੀਰਤਨੀਏ ਭਲੋ ਭਲੋ ਰੇ ਕੀਰਤਨੀਆਂ ਕੀਰਤਨ ਕਰ ਰਹੇ ਸਨ। ਆਖਿਆ ਜੇ ਭੋਜਨ ਲੰਗਰ ਛਕਣਾ ਤੇ ਇੱਧਰ ਗੁਰੂ ਕਾ ਲੰਗਰ ਵਰਤ ਰਿਹਾ, ਪ੍ਰਸ਼ਾਦਾ ਛਕ ਲਾ। ਜੇ ਆਰਾਮ ਕਰਨਾ ਤੇ ਉਹ ਸਾਹਮਣੇ ਬਿਲਡਿੰਗ ਵਿੱਚ ਚਲਿਆ ਜਾ, ਉੱਥੇ ਸਰਾਂ ਆ, ਉੱਥੇ ਤੈਨੂੰ ਮੰਜਾ ਬਿਸਤਰਾ ਪ੍ਰਾਪਤ ਹੋ ਜਾਊ, ਕਮਰਾ ਪ੍ਰਾਪਤ ਹੋ ਜਾਊ, ਉੱਥੇ ਆਰਾਮ ਕਰ ਲੈ। ਸਾਈਂ ਬੁੱਲ੍ਹੇ ਸ਼ਾਹ ਨੂੰ ਤੇ ਭੁੱਖ ਲੱਗੀ ਸੀ, ਇੱਕਦਮ ਗੁਰੂ ਕੇ ਲੰਗਰ ਵਿੱਚ ਗਿਆ, ਜਾ ਕੇ ਪ੍ਰਸ਼ਾਦਾ ਛਕਿਆ। ਗੁਰੂ ਕਾ ਪ੍ਰਸ਼ਾਦਾ ਵਰਤ ਰਿਹਾ ਸੀ। ਆਨੰਦ ਨਾਲ ਜਦੋਂ ਪੂਰਾ ਪ੍ਰਸ਼ਾਦਾ ਛਕ ਕੇ ਭੁੱਖ ਦੂਰ ਹੋਈ, ਕਿਉਂਕਿ ਭੁੱਖੇ ਭਗਤ ਨਾ ਕੀਜੈ ਜਹਮਾਲਾ ਆਪਣੀ ਲੀਜੈ। ਫਰੀਦਾ ਮੌਤੋਂ ਭੁੱਖ ਬੁਰੀ, ਰਾਤੀ ਸੁੱਤੇ ਖਾਏ ਕੈ ਸੁਬਹ ਫੇਰ ਖੜੀ। ਰਾਤ ਨੂੰ ਖਾ ਕੇ ਸੌਂਦੇ ਸਵੇਰ ਨੂੰ ਫੇਰ ਲੱਗ ਜਾਂਦੀ ਹੈ। ਭੁੱਖ ਦੇ ਦੁੱਖੋਂ ਸਿੱਖ ਵਿਦਾਵਾ ਵੀ ਦੇ ਗਏ ਸਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਿ ਮਹਾਰਾਜ ਭੁੱਖ ਦਾ ਦੁੱਖ ਨਹੀਂ ਘੱਟ ਹੁੰਦਾ, ਫਰੀਦਾ ਮੌਤੋਂ ਭੁੱਖ ਬੁਰੀ। ਸਾਈਂ ਬੁੱਲ੍ਹੇ ਸ਼ਾਹ ਨੂੰ ਭੁੱਖ ਲੱਗੀ ਸੀ, ਲੰਗਰ ਵਿੱਚ ਪ੍ਰਸ਼ਾਦਾ ਛਕਿਆ। ਵਜਦ ਵਿੱਚ ਆਇਆ, ਸਾਈਂ ਬੁੱਲ੍ਹੇ ਸ਼ਾਹ ਨਿਸ਼ਾਨ ਸਾਹਿਬ ਦੇ ਕੋਲ ਆ ਖੜਾ ਹੋਇਆ, ਕਿਉਂਕਿ ਦੂਰੋਂ ਦਿਖਾਈ ਦੇ ਜਾਂਦਾ ਗੁਰੂ ਕਾ ਨਿਸ਼ਾਨ ਤੇ ਪਤਾ ਲੱਗ ਜਾਂਦਾ ਇੱਥੇ ਗੁਰੂ ਦਾ ਗੁਰਦੁਆਰਾ ਹੈ, ਗੁਰੂ ਦਾ ਸਥਾਨ ਹੈ, ਗੁਰੂ ਦਾ ਦਵਾਰਾ ਹੈ। ਤੇ ਜਿਸ ਵੇਲੇ ਨਿਸ਼ਾਨ ਸਾਹਿਬ ਦੇ ਕੋਲ ਆਇਆ,
ਧੋਇਆ ਵਜਦ ਵਿੱਚ ਆਇਆ, ਕਹਿੰਦਾ ਇੱਟ ਖੜੱਕਾ ਦੁੱਪੜ ਵੱਜੇ ਨਾਲੇ ਤਪਦਾ ਚੁੱਲ੍ਹਾ। ਦੁੱਪੜ ਵੱਜੇ ਭਾਵ ਤਬਲਾ ਵੱਜ ਰਿਹਾ, ਨਾਲੇ ਤਪਦਾ ਚੁੱਲ੍ਹਾ। ਲੋਹਾਂ ਤਪੀਆਂ ਸਨ, ਗੁਰੂ ਕੇ ਲੰਗਰ ਤਿਆਰ ਹੋ ਰਹੇ ਸਨ। ਸਾਈਂ ਬੁੱਲੇ ਸ਼ਾਹ ਬਚਨ ਕੀ ਕੀਤਾ, ਕਹਿੰਦਾ ਇੱਟ ਖੜੱਕਾ ਦੁੱਪੜ ਵੱਜੇ ਨਾਲੇ ਤਪਦਾ ਚੁੱਲ੍ਹਾ। ਇੱਥੇ ਬੁੱਲੇ ਦਾ ਮੌਲਾ ਰਾਜੀ ਤੇ ਨਾਲੇ ਰਾਜੀ ਬੁੱਲਾ। ਗੱਜ ਕੇ ਆਖੋ ਸਤਨਾਮ। ਇੱਕ ਵਾਰ ਫਿਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ। ਸਾਈਂ ਬੁੱਲੇ ਸ਼ਾਹ ਕਹਿੰਦਾ ਇੱਟ ਖੜੱਕਾ ਦੁੱਪੜ ਵੱਜੇ ਨਾਲੇ ਤਪਦਾ ਚੁੱਲ੍ਹਾ। ਇੱਥੇ ਬੁੱਲੇ ਦਾ ਮੌਲਾ ਰਾਜੀ ਤੇ ਨਾਲੇ ਰਾਜੀ ਬੁੱਲਾ। ਇੱਥੇ ਮੇਰਾ ਰੱਬ ਰਾਜੀ ਆ, ਮੌਲਾ ਰਾਜੀ ਆ। ਇੱਥੇ ਬੰਦਗੀ ਵੀ ਆ, ਇੱਥੇ ਸੇਵਾ ਵੀ ਆ, ਇੱਥੇ ਲੰਗਰ ਵੀ ਤੇ ਇੱਥੇ ਆਰਾਮ ਵੀ ਆ। ਇਹ ਗੁਰੂ ਦਾ ਦਰਬਾਰ। ਸੋ ਗੁਰਦੁਆਰਾ ਨਾਢਾ ਸਾਹਿਬ ਹਰ ਗੁਰਦੁਆਰੇ ਦੇ ਅੰਦਰ ਹੀ ਜਿੱਥੇ ਗੁਰੂ ਕੇ ਇਤਿਹਾਸਕ ਅਸਥਾਨ ਨੇ ਔਰ ਗੁਰਮੁਖ ਪਿਆਰਿਓ, ਇਹ ਪਾਵਨ ਸਥਾਨ ਚਰਨ ਪਾ ਕੇ ਪਵਿੱਤਰ ਕੀਤੀ ਸਤਿਗੁਰਾਂ ਦੀ ਧਰਤੀ। ਗੁਰਬਾਣੀ ਦਾ ਰਸ ਭਿੰਨਾ ਕੀਰਤਨ ਗੁਰੂ ਕੇ ਹਜ਼ੂਰੀ ਕੀਰਤਨੀਆਂ ਪਾਸੋਂ ਆਪਨੇ ਸਰਵਣ ਕੀਤਾ। ਰਸ ਭਿੰਨਾ ਆਸਾ ਕੀ ਵਾਰ ਦਾ ਕੀਰਤਨ। ਗੁਰੂ ਦੇ ਸਥਾਨ ਤੇ ਲੜੀਵਾਰ ਗੁਰਬਾਣੀ ਦੀ ਕਥਾ ਵਿਆਖਿਆ ਚੱਲ ਰਹੀ ਹੈ, ਜੋ 456-57 ਅੰਗ ਦੇ ਉੱਪਰ ਸਤਿਗੁਰਾਂ ਦੀ ਪਾਵਨ ਬਾਣੀ। ਜਿਸ ਪਾਵਨ ਸ਼ਬਦ ਦਾ ਜਾਪ ਆਪ ਜੀ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਗਜੀਤ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਾਹਿਬ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਉਹਨਾਂ ਦੀ ਰਸਨਾ ਤੋਂ ਸਰਵਣ ਕੀਤਾ। ਉਹ ਸ਼ਬਦ ਦੀ ਵਿਚਾਰ ਆਪਾਂ ਸਾਰਿਆਂ ਨੇ ਰਲ ਮਿਲ ਕੇ ਕਰਨੀ ਹੈ ਕਿ ਸਤਿਗੁਰਾਂ ਦਾ ਉਪਦੇਸ਼ ਕੀ ਹੈ ਸਾਨੂੰ। ਇਹ ਧੁਰ ਕੀ ਬਾਣੀ ਦੁਆਰਾ ਸਤਿਗੁਰਾਂ ਸਾਨੂੰ ਉਪਦੇਸ਼ ਕੀ ਬਖਸ਼ਿਆ। ਆਓ ਸਾਰੀਆਂ ਸੰਗਤਾਂ ਜਿੰਨੇ ਵੀ ਦੇਸ਼ ਵਿਦੇਸ਼ ਦੇ ਅੰਦਰ ਗੁਰੂ ਦੇ ਦਰਬਾਰ ਨਾਲ ਜੁੜ ਬੈਠੇ ਹੋ, ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਗੁਰੂ ਦੇ ਦਰਬਾਰ ਵਿੱਚ ਪੁੱਜ ਕੇ ਜੁੜ ਬੈਠੇ ਹੋ। ਸਤਿਗੁਰਾਂ ਦੀ ਪਾਵਨ ਗੁਰਬਾਣੀ ਦੇ ਵਿਚਾਰ ਨਾਲ ਜੁੜੀਏ, ਆਪਣੇ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰੀਏ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ 456-57 ਅੰਗ ਦੇ ਉੱਪਰ ਸੁਭਾਇਮਾਨ। ਆਓ ਸਾਰੀਆਂ ਸੰਗਤਾਂ ਮਨੋਬਿਰਤੀਆਂ ਇਕਾਗਰਚਿਤ ਕਰੋ। ਮਨੋਬਿਰਤੀਆਂ ਦੀ ਇਕਾਗਰਤਾ ਲਈ ਸਾਰੇ ਮਿਲ ਕੇ ਉਚਾਰਨ ਕਰੋ ਸਤਨਾਮ ਸ਼੍ਰੀ ਵਾਹਿਗੁਰੂ ਜੀ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ, ਮੋਹ ਆਸਰ ਤੋ ਚਰਨ ਤੁਮਾਰੀ ਸ਼ਰਨ ਸਿੱਧੇ। ਸ਼ਹੀਦਾਂ ਦੇ ਸਰਤਾਜ ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਸਤਿਗੁਰਾਂ ਨੇ ਜੋ ਬਾਣੀ ਉਚਾਰਨ ਕੀਤੀ ਸਾਨੂੰ ਉਪਦੇਸ਼ ਬਖਸ਼ਿਆ। ਉਪਦੇਸ਼ ਕੀ ਹੈ? ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਮਹਾਰਾਜ ਉਚਾਰਨ ਕਰ ਰਹੇ ਨੇ, ਹੇ ਗੋਪਾਲ, ਹੇ ਦਇਆਲ ਪਰਮਾਤਮਾ, ਮੈਂ ਤੇਰੀ ਸ਼ਰਨ ਵਿੱਚ ਹਾਂ। ਤੂੰ ਕਿਰਪਾ ਦਾ ਨਿਧ, ਕਿਰਪਾ ਦਾ ਭੰਡਾਰ ਹੈ, ਕਿਰਪਾ ਦਾ ਖਜ਼ਾਨਾ। ਤਾਂ ਹੀ ਉਹਨੂੰ ਕਿਰਪਾਲੂ ਕਹਿੰਦੇ ਆ। ਨਿਧ ਨਿਧਾਨ ਭਾਵ ਖਜ਼ਾਨਾ, ਭੰਡਾਰਾ, ਕੋਸ਼। ਸਤਿਗੁਰ ਸੱਚੇ ਪਾਤਸ਼ਾਹ ਹੈ ਅਕਾਲ ਪੁਰਖ ਵਾਹਿਗੁਰੂ, ਤੂੰ ਕਿਰਪਾ ਦਾ ਖਜ਼ਾਨਾ, ਕਿਰਪਾ ਦਾ ਭੰਡਾਰਾ ਆ, ਕਿਰਪਾ ਦਾ ਕੋਸ਼ ਹੈ, ਤੇ ਮੈਂ ਤੇਰੀ ਸ਼ਰਨ ਵਿੱਚ ਹਾਂ। ਉਪਦੇਸ਼ ਸਾਨੂੰ ਹੈ ਕਿ ਗੁਰਮੁਖੋ ਉਸ ਵਾਹਿਗੁਰੂ ਦੀ ਸ਼ਰਨ ਲਓ, ਉਸ ਵਾਹਿਗੁਰੂ ਅਕਾਲ ਪੁਰਖ ਅੱਲਾ ਖੁਦਾ ਦੀ ਸ਼ਰਨ ਲਓ। ਕੋਈ ਮੁਸਲਮਾਨ ਹੈ, ਬ੍ਰਾਹਮਣ ਹੈ, ਈਸਾਈ ਹੈ, ਬੋਧੀ ਹੈ, ਜੈਨੀ ਹੈ, ਸਿੱਖ ਹੈ, ਹਰ ਧਰਮ ਦੀ ਆਪੋ ਆਪਣੀ ਮਿਤ ਮਰਜ਼ਾਦਾ ਤੇ ਜੋੜਿਆ ਉਸ ਨਿਰੰਕਾਰ ਵਾਹਿਗੁਰੂ ਅਕਾਲ ਪੁਰਖ ਨਾਲ ਹੀ ਹੈ। ਧਰਮ ਗ੍ਰੰਥ ਨੇ 4 ਵੇਦ, 6 ਸ਼ਾਸਤਰ, 18 ਪੁਰਾਣ, 27 ਸਿਮਰਤੀਆਂ, 52 ਉਪਨਿਸ਼ਦਾਂ। ਗੁਰਮੁਖ ਪਿਆਰਿਓ, ਜੋ ਸਤ ਦੀ ਬਾਤ ਹੈ, ਜੋ ਗਿਆਨ ਦੀ ਬਾਤ ਹੈ, ਉਸ ਵਾਹਿਗੁਰੂ ਅਕਾਲ ਪੁਰਖ ਨਾਲ ਜੁੜਨ ਦੀ ਹੈ, ਉਸ ਅੱਲਾ ਖੁਦਾ ਨਾਲ ਵਾਹਿਗੁਰੂ ਨਾਲ ਜੁੜਨ ਦੀ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਧੁਰ ਕੀ ਬਾਣੀ, ਇਲਾਹੀ ਬਾਣੀ ਔਰ ਗੁਰੂ ਬਾਣੀ। ਇੱਕ ਵਿਲੱਖਣਤਾ ਹੈ ਕਿ ਇਹ ਗੁਰੂ ਬਾਣੀ ਹੈ। ਗੁਰੂ ਗ੍ਰੰਥ ਸਾਹਿਬ, ਦੁਨੀਆ ਦੇ ਬਹੁਤ ਗ੍ਰੰਥ ਨੇ ਧਰਮ ਦੇ ਸਤਿਕਾਰਯੋਗ ਧਰਮ ਦਾ ਰਾਹ ਦੁਨੀਆ ਨੂੰ ਦੱਸਦੇ ਆ, ਪਰ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਗੁਰੂ ਗ੍ਰੰਥ ਹੋਣ ਦਾ ਮਾਣ।
ਔਰ ਸਾਨੂੰ ਵੱਡੇ ਮਾਣ ਵਾਲੀ ਗੱਲ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਨੂੰ ਗੁਰੂ ਰੂਪ ਵਿੱਚ ਉਹ ਗੁਰਬਾਣੀ ਪ੍ਰਾਪਤ ਹੋਈ, ਜਿਹੜੀ ਗੁਰਬਾਣੀ ਇਸ ਜੱਗ ਮਹਿ ਚਾਨਣ, ਜਿਹੜੀ ਸਾਰੇ ਸੰਸਾਰ ਨੂੰ ਗਿਆਨ ਦਾ ਚਾਨਣ ਵੰਡਦੀ ਹੈ, ਰੂਹਾਨੀਅਤ ਦਾ, ਅਧਿਆਤਮ ਦਾ ਚਾਨਣ। ਕੋਈ ਬ੍ਰਾਹਮਣ ਹੈ, ਕੋਈ ਹਿੰਦੂ ਹੈ, ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ, ਕੋਈ ਦੁਨੀਆ ਦਾ ਗੋਰਾ ਕਾਲਾ ਪੁੰਨੀ ਪਾਪੀ ਆਵੇ, ਗੁਰੂ ਸਭ ਨੂੰ ਗਿਆਨ ਦਾ ਚਾਨਣ ਵੰਡਦਾ। ਗੁਰੂ ਸਾਰਿਆਂ ਨੂੰ ਕਲਾਵੇ 'ਚ ਲੈਂਦਾ, ਗੁਰੂ ਸਰਬੱਤ ਦਾ ਭਲਾ ਮੰਗਦਾ, ਗੁਰੂ ਸਰਬੱਤ ਨੂੰ ਉਪਦੇਸ਼ ਦਿੰਦਾ। ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ। ਵੰਡੀਆਂ ਤੇ ਅਸੀਂ ਪਾਈਆਂ ਨੇ, ਮਨੁੱਖਤਾ ਨੇ ਵੰਡੀਆਂ ਪਾਈਆਂ, ਗੁਰੂ ਨੇ ਕਿਸੇ ਨੂੰ ਨਹੀਂ ਵੰਡਿਆ। ਗੁਰੂ ਨੇ ਤੇ ਸਭ ਨੂੰ ਕਲਾਵੇ 'ਚ ਲਿਆ। ਪਰਮਾਤਮਾ ਤੇ ਇੱਕੋ ਹੀ ਹੈ, ਰਸਤੇ ਵੱਖ ਵੱਖ ਨੇ, ਪਰਮਾਤਮਾ ਇੱਕੋ ਹੀ ਹੈ, ਸ਼ਹਿਰ ਇੱਕੋ ਹੀ ਹੈ। ਆ ਪੰਚਕੂਲਾ ਨੇੜੇ ਚੰਡੀਗੜ੍ਹ ਹੈ, ਕੋਈ ਰਸਤਾ ਰੋਪੜ ਵੱਲੋਂ ਆ ਰਿਹਾ, ਕੋਈ ਪਟਿਆਲੇ ਵੱਲੋਂ ਆ ਰਿਹਾ, ਕੋਈ ਅੰਬਾਲੇ ਵੱਲੋਂ, ਕੋਈ ਕਾਲਕਾ ਪੰਜੌਰ ਵੱਲੋਂ ਆ ਰਿਹਾ। ਸ਼ਹਿਰ ਤਾਂ ਇੱਕੋ ਹੀ ਹੈ, ਰਸਤੇ ਵੱਖ ਵੱਖ ਹੈ। ਗੁਰਮੁਖ ਪਿਆਰਿਓ, ਪਰਮਾਤਮਾ ਇੱਕੋ ਹੀ ਹੈ। ਕੋਈ ਅੱਲਾ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਕਹਿੰਦਾ, ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅਲਾਏ। ਗੁਰੂ ਦਾ ਬਚਨ ਗੁਰਮੁਖ ਪਿਆਰਿਓ ਹੈ ਉਹ ਇੱਕੋ ਹੀ ਹੈ, ਨਾ ਵੱਖ ਵੱਖ ਨੇ, ਰਸਤੇ ਵੱਖ ਵੱਖ ਨੇ। ਸਾਰੇ ਉਸ ਰੱਬ ਨਾਲ ਜੁੜਨ ਦਾ ਉਪਦੇਸ਼ ਦਿੰਦੇ ਆ, ਸਾਰੇ ਧਰਮ ਗ੍ਰੰਥ ਜੋੜਦੇ ਪਰਮਾਤਮਾ ਨਾਲ। ਪਰ ਗੁਰੂ ਗ੍ਰੰਥ ਸਾਹਿਬ, ਗੁਰੂ ਗ੍ਰੰਥ ਹੋਣ ਦਾ ਮਾਣ, ਗੁਰੂ ਬਾਣੀ, ਗੁਰਬਾਣੀ ਇਸ ਜੱਗ ਮੈਂ ਚਾਨਣ। ਮੈਂ ਗੁਰਬਾਣੀ ਆਧਾਰ ਹੈ, ਗੁਰਬਾਣੀ ਲਾਗ ਰਹਾਓ। ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ। ਉਪਦੇਸ਼ ਕੀ ਹੈ ਭਾਈ, ਉਸ ਵਾਹਿਗੁਰੂ ਅਕਾਲ ਪੁਰਖ ਦੀ ਸ਼ਰਨ ਲਓ, ਉਸ ਵਾਹਿਗੁਰੂ ਦੀ ਸ਼ਰਨ ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਤੇ ਫਿਰ ਅਗਲਾ ਬਚਨ ਕੀ ਹੈ, ਮੋਹਿ ਆਸਰ ਤੋਂ ਚਰਨ ਤੁਮਾਰੀ ਸ਼ਰਨ ਸਿੱਧੇ। ਹੇ ਵਾਹਿਗੁਰੂ, ਮੈਨੂੰ ਤੇਰੇ ਚਰਨਾਂ ਦਾ ਆਸਰਾ, ਤੇ ਤੇਰੇ ਚਰਨਾਂ ਦੇ ਆਸਰੇ ਨਾਲ ਸਾਰਿਆਂ ਸਿੱਧੀਆਂ ਭਾਵ ਸਫਲਤਾਵਾਂ, ਪ੍ਰਾਪਤੀਆਂ, ਸਾਰੀ ਸਫਲਤਾ, ਜੀਵਨ ਦੀ ਸਫਲਤਾ ਤੁਹਾਡੀ ਕਿਰਪਾ ਦੇ ਨਾਲ ਹੀ ਸਾਰੀਆਂ ਸਿੱਧੀਆਂ ਪ੍ਰਾਪਤ ਹੁੰਦੀਆਂ, ਸਫਲਤਾ ਪ੍ਰਾਪਤ ਹੁੰਦੀ ਹੈ ਮਹਾਰਾਜ ਤੁਹਾਡੇ ਹੀ ਚਰਨਾਂ ਦੇ ਵਿੱਚੋਂ। ਮੋਹਿ ਆਸਰ, ਮੈਨੂੰ ਆਸਰ ਹੈ ਤੋ ਚਰਨ, ਤੁਹਾਡੇ ਚਰਨਾਂ ਦਾ। ਇਹ ਸਤਿਗੁਰ ਉਪਦੇਸ਼ ਬਖਸ਼ ਰਹੇ ਕਿ ਭਾਈ ਗੁਰੂ ਦੀ ਸ਼ਰਨ ਲਓ, ਪਰਮਾਤਮਾ ਦੀ ਸ਼ਰਨ ਲਓ। ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧਿ। ਜਦੋਂ ਓਟ ਲੈ ਲਈ ਕਿਰਪਾ ਨਿਧ, ਕਿਰਪਾ ਦੇ ਭੰਡਾਰ ਸਤਿਗੁਰ ਦੀ, ਉਹਦੇ ਚਰਨਾਂ ਦਾ ਆਸਰਾ, ਤੇ ਸਾਰੀਆਂ ਸਫਲਤਾਵਾਂ ਪ੍ਰਾਪਤ ਹੋ ਜਾਂਦੀਆਂ। ਜਿੰਨਾ ਚਿਰ ਅਸੀਂ ਆਸੇ ਪਾਸੇ ਭਟਕਦੇ ਰਹਿੰਦੇ ਹਾਂ ਗੁਰਮੁਖ ਪਿਆਰਿਓ, ਉਹਨਾਂ ਚਿਰ ਪ੍ਰਾਪਤੀ ਨਹੀਂ ਹੈ। ਜਿੰਨਾ ਚਿਰ ਆਸੇ ਪਾਸੇ ਭਟਕਦੇ, ਸੁਖ ਨਾਹੀਂ ਬਹੁਤਾ ਧਨ ਖਾਟੇ, ਸੁਖ ਨਾਹੀਂ ਪੇਖੈ ਨਿਰਤ ਨਾਟੇ, ਉਹਨਾਂ ਚਿਰ ਸੁੱਖ ਨਹੀਂ। ਆਸੇ ਪਾਸੇ ਭਟਕਦੇ ਹਾਂ, ਸੁੱਖ ਨਹੀਂ। ਸੁੱਖ ਤੇ ਗੁਰੂ ਦੀ ਸ਼ਰਨ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਸਰਬ ਸੁੱਖ ਗੁਰੂ ਦੀ ਸ਼ਰਨ ਵਿੱਚ ਆ, ਗੁਰੂ ਦੇ ਚਰਨਾਂ 'ਚ ਆ। ਗੁਰੂ ਅਰਜਨ ਦੇਵ ਮਹਾਰਾਜ ਦੇ ਬਚਨ ਹੀ ਅਸੀਂ ਸੁਖਮਣੀ ਸਾਹਿਬ ਦੀ ਪਾਵਨ ਬਾਣੀ ਦੇ ਸਰਲੇਖ ਹੇਠ ਪੜ੍ਹਦੇ ਹਾਂ। ਸਤਿਗੁਰ ਬਚਨ ਕਰਦੇ, ਅਨਕ ਪੁਨਹ ਚਰਨ ਕਰਤ ਨਹੀਂ ਤਰੈ। ਜਿੰਨੇ ਮਰਜ਼ੀ ਪੁਨਹ ਆਚਰਨ ਕਰ ਲੈ, ਆਚਾਰ ਵਿਵਹਾਰ ਜਿੰਨੇ ਮਰਜ਼ੀ ਕਰ ਲੈ, ਵਾਹਿਗੁਰੂ ਦੀ ਬੰਦਗੀ ਬਿਨਾਂ, ਭਗਤੀ ਬਿਨਾਂ, ਉਹਦੀ ਸ਼ਰਨ ਬਿਨਾਂ ਨਹੀਂ ਤਰੇਂਗਾ ਸੰਸਾਰ ਤੋਂ। ਸਗੋਂ ਫਾਹੀਆਂ ਪੈਣਗੀਆਂ ਬੰਧਨਾਂ ਦੀਆਂ, ਆਸ਼ਾ ਵਾਸ਼ਨਾਵਾਂ ਦੀਆਂ, ਵਿਸ਼ੇ ਵਕਾਰਾਂ ਦੀਆਂ ਬੰਦੀਆਂ ਪੈ ਜਾਣਗੀਆਂ, ਫਾਹੀਆਂ ਪੈ ਜਾਣਗੀਆਂ। ਪਰ ਜਦੋਂ ਗੁਰਮੁਖ ਪਿਆਰਿਓ ਗੁਰੂ ਦੀ ਸ਼ਰਨ, ਫਿਰ ਸਾਰੀ ਸਫਲਤਾ। ਹਰ ਚਰਨ ਕਾਰਨ ਕਰਨ ਸੁਆਮੀ, ਪਤਿਤ ਉਦਾਹਰਨ ਹਰ ਹਰੇ। ਹਰੀ ਦੇ ਚਰਨ ਜਿਹੜੇ ਪਤਿਤਾਂ ਨੂੰ ਉਧਾਰਦੇ ਆ, ਪਤਿਤ ਉਧਰ ਜਾਂਦੇ ਆ। ਗੁਰਮੁਖ ਪਿਆਰਿਓ, ਅਜ਼ਾਮਲ ਪਾਪੀ ਜਗ ਜਾਣੈ, ਨਿਮਖ ਮਾਹੇ ਨਿਸਤਾਰਾ। ਜਿਹਨੂੰ ਜਗ ਜਾਣਦਾ ਸੀ, ਇੱਕ ਨਿਮਖ 'ਚ ਨਿਸਤਾਰਾ ਕਰਤਾ ਮੇਰੇ ਵਾਹਿਗੁਰੂ ਅਕਾਲ ਪੁਰਖ ਨੇ। ਹਰ ਕੋ ਨਾਮ ਸਦਾ ਸੁਖਦਾਈ, ਜਾ ਕੋ ਸਿਮਰ ਅਜ਼ਾਮਲ ਉਧਰਿਓ, ਗਣਕਾ ਹੂੰ ਗਤ ਪਾਈ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ, ਤਾਕੋ ਦੁਖ ਹਰਿਓ ਕਰਨਾ ਨਿਧ ਆਪਣੀ ਪੈਜ ਵਡਾਈ। ਵਾਹਿਗੁਰੂ ਦੇ ਚਰਨ ਹੀ ਗੁਰਮੁਖ ਪਿਆਰੋ, ਵਾਹਿਗੁਰੂ ਦਾ ਨਾਮ ਹੀ ਪਤਿਤਾਂ ਨੂੰ ਉਧਾਰਦਾ, ਵਾਹਿਗੁਰੂ ਦਾ ਨਾਮ ਹੀ ਸੁਖਦਾਈ ਹੈ। ਵਾਹਿਗੁਰੂ ਦੀ ਸ਼ਰਨ ਵਿੱਚ ਹੀ ਸੁੱਖ ਹੈ।
ਬਚਨ ਨੇ ਸਤਿਗੁਰ ਦੇ ਸਾਰੇ ਰਸਨਾ ਸਫਲੀ ਕਰਿਓ ਦੋ ਹਿੱਸਿਆਂ ਦੇ ਅੰਦਰ, ਕੋਈ ਰਸਨਾ ਵਾਂਝੀ ਨਾ ਰਹੇ। ਸਾਰੇ ਮਾਈ ਭਾਈ ਇੱਕ ਸੁਰਤਾਲ ਦੇ ਅੰਦਰ ਗੁਰੂ ਦੇ ਸ਼ਬਦ, ਗੁਰੂ ਦੀ ਬਾਣੀ ਗਾ ਕੇ ਅਸੀਂ ਰਸਨਾ ਪਵਿੱਤਰ ਕਰਨੀ। ਸਾਡੀ ਹਾਜ਼ਰੀ ਗੁਰੂ ਦੇ ਦਰਬਾਰ ਵਿੱਚ ਪ੍ਰਵਾਨ ਹੋ ਜਾਵੇ। ਹਰ ਚਰਨ ਕਾਰਨ ਕਰਨ ਸੁਆਮੀ, ਪਤਤ ਉਹਦਾ ਉਦਰਨ ਹਰ ਹਰੇ। ਪਤਤ ਉਧਰ ਜਾਂਦੇ ਨੇ ਹਰੀ ਦਾ ਨਾਮ ਜਪ ਕੇ। ਬਚਨ ਕੀ ਆ? ਨਾਮ ਸਦਾ ਸੁਖਦਾਈ ਹਰ ਕੂ, ਨਾਮ ਸਦਾ ਸੁਖਦਾਈ। ਨਾਮ ਸਦਾ ਸੁਖਦਾਈ ਹਰ ਕੂ, ਨਾਮ ਸਦਾ ਸੁਖਦਾਈ। ਨਾਮ ਸਦਾ, ਵਾਹ ਵਾਹ, ਸਾਰੇ ਜਪੋ। ਨਾਮ ਸਦਾ ਸੁਖਦਾਈ ਹਰ ਕੂ, ਨਾਮ ਸਦਾ ਸੁਖਦਾਈ। ਨਾਮ ਸਦਾ ਸੁਖਦਾਈ ਹਰ ਕੂ, ਨਾਮ ਸਦਾ ਸੁਖਦਾਈ। ਨਾਮ ਸਦਾ ਸੁਖ, ਜਾਕੂ ਸਿਮਰ ਅਜ਼ਾ ਮਲ ਉਦਰਿਓ, ਜਾਕੂ ਸਿਮਰ ਅਜ਼ਾ ਮਲ ਉਦਰਿਓ। ਗਣ ਕਾਹੂੰ ਗਤ ਪਾਈ ਹਰ ਕੂ, ਨਾਮ ਸਦਾ ਸੁਖਦਾਈ। ਨਾਮ ਸਦਾ ਸੁਖਦਾਈ ਹਰ ਕੂ, ਨਾਮ ਸਦਾ ਸੁਖਦਾਈ। ਨਾਮ ਸਦਾ ਸੁਖ, ਉਸ ਵਾਹਿਗੁਰੂ ਅਕਾਲ ਪੁਰਖ ਅੱਲਾ ਖੁਦਾ ਦਾ, ਪਰਮਾਤਮਾ ਦਾ ਨਾਮ ਸੁਖਦਾਈ ਹੈ, ਸੁੱਖਾਂ ਨੂੰ ਦੇਣ ਵਾਲਾ। ਉਹਦੇ ਨਾਮ ਦੇ ਨਾਲ ਹੀ ਪਤਤ ਉਧਰ ਜਾਂਦੇ ਆ। ਸਾਗਰ ਸੰਸਾਰ ਭਵ ਉਤਾਰ, ਨਾਮ ਸਿਮਰਤ ਬਹੁਤ ਤਰੇ। ਗੁਰੂ ਅਰਜਨ ਦੇਵ ਮਹਾਰਾਜ ਅੱਗੇ ਉਚਾਰਨ ਕਰਦੇ, ਭਾਈ ਇਹ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲਾ ਹੈ ਉਹ ਪਰਮਾਤਮਾ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਨਾਮ ਸਿਮਰਤ ਬਹੁਤ ਤਰੇ, ਗਿਣਤੀ ਕੋਈ ਨਹੀਂ। ਕਿੰਨੇ ਕੁ ਤਰ ਗਏ ਆ, ਕੋਈ ਗਿਣਤੀ ਹਜ਼ਾਰਾਂ ਲੱਖਾਂ ਕਰੋੜਾਂ ਅਰਬਾਂ ਖਰਬਾਂ ਨਹੀਂ। ਗੁਰਮੁਖ ਪਿਆਰਿਓ ਬਿਲੀਅਨ ਮਿਲੀਅਨ ਟ੍ਰਿਲੀਅਨ ਪਤਾ ਹੀ ਨਹੀਂ ਕਿੰਨੇ ਕੁ ਤਰ ਗਏ ਆ। ਉਹ ਵਾਹਿਗੁਰੂ ਦਾ ਨਾਮ ਜਪ ਕੇ ਗਿਣਤੀ ਕੋਈ ਨਹੀਂ ਹੈ। ਸਤਿਗੁਰ ਬਚਨ ਕਰਦੇ, ਭਾਈ ਉਹ ਪਰਮਾਤਮਾ ਦੀ ਸ਼ਰਨ ਜਿਨ੍ਹਾਂ ਲਈ ਉਹ ਤਰ ਗਏ। ਤੂੰ ਸ਼ਰਨ ਲੈ, ਨਾਮ ਜਪ, ਤਰ ਜਾਵੇਂਗਾ। ਆਦਿ ਅੰਤ ਬੇਅੰਤ ਖੋਜਹਿ, ਸੁਣੀ ਉਦਰਨ ਸੰਤ ਸੰਗ ਵਿਦੇ। ਤੇ ਸਤਿਗੁਰ ਬਚਨ ਕਰਦੇ, ਭਾਈ ਜਿਹਦਾ ਆਦਿ ਅੰਤ ਨਹੀਂ, ਪਰਮਾਤਮਾ ਕਦੋਂ ਪੈਦਾ ਹੋਇਆ ਨਹੀਂ ਪਤਾ, ਅੰਤ ਕਦੋਂ ਹੈ ਸਾਨੂੰ ਨਹੀਂ ਪਤਾ। ਨੇਤ ਨੇਤ ਕਥੰਤ ਬੇਦਾ। ਉਹ ਵਾਹਿਗੁਰੂ ਦਾ ਅੰਤ ਹੀ ਇਹੀ, ਇਹਨੂੰ ਕੋਈ ਜਾਣ ਹੀ ਨਹੀਂ ਸਕਦਾ। ਨਾ ਉਹਦਾ ਆਦ ਨਾ ਅੰਤ, ਸਾਨੂੰ ਕੁਝ ਨਹੀਂ ਪਤਾ। ਗੁਰਮੁਖ ਪਿਆਰੇ, ਕਿਉਂਕਿ ਜਦੋਂ ਅਸੀਂ ਪੈਦਾ ਹੋਏ ਉਸ ਤੋਂ ਪਹਿਲਾਂ ਵੀ ਸੀ। ਜਦੋਂ ਅਸੀਂ ਗੁਰਮੁਖ ਪਿਆਰਿਓ ਖਤਮ ਹੋ ਜਾਣਾ, ਉਹਨੇ ਤਾਂ ਵੀ ਰਹਿਣਾ। ਇਸ ਕਰਕੇ ਉਸ ਦਾ ਬਣਾਇਆ ਬੰਦਾ, ਉਸ ਦਾ ਬਣਾਇਆ ਜੀਵ ਉਹਦੇ ਆਦ ਅੰਤ ਨੂੰ ਕਿਵੇਂ ਜਾਣ ਸਕਦਾ? ਨਹੀਂ ਜਾਣ ਸਕਦਾ। ਗੁਰਮੁਖ ਪਿਆਰਿਓ, ਅਣਤ ਕੋ ਚਾਹਣ ਜੋ ਗਏ ਸੇ ਆਏ ਅਣਤ ਗਵਾਏ। ਜਿਹੜੇ ਉਹਦਾ ਅੰਤ ਪਾਉਣ ਗਏ ਉਹਨਾਂ ਆਪਣਾ ਅੰਤ ਗਵਾ ਲਿਆ। ਇੱਕ ਲੂਣ ਦੀ ਡਲੀ ਸਮੁੰਦਰ ਦੀ ਡੂੰਘਾਈ ਮਾਪਣ ਵਾਸਤੇ ਗਈ, ਥੋੜਾ ਜਿਹਾ ਅੱਗੇ ਗਈ ਗੁਰਮੁਖ ਪਿਆਰਿਓ, ਲੂਣ ਦੀ ਡਲੀ ਖੁਰ ਕੇ ਸਮੁੰਦਰ ਦਾ ਰੂਪ ਹੋ ਗਈ। ਵਾਪਸ ਆ ਕੇ ਨਹੀਂ ਦੱਸਿਆ ਸਮੁੰਦਰ ਡੂੰਘਾ ਕਿੰਨਾ, ਸਮੁੰਦਰ ਦੀ ਲੰਬਾਈ ਚੜਾਈ ਕਿੰਨੀ ਹੈ। ਇਸੇ ਤਰ੍ਹਾਂ ਪਰਮਾਤਮਾ ਨੂੰ ਜਪਦੇ ਪਰਮਾਤਮਾ ਵਿੱਚ ਲੀਨ ਹੋ ਗਏ, ਉਹਦਾ ਆਦਿ ਅੰਤ ਕੋਈ ਨਹੀਂ ਹੈ। ਸਤਿਗੁਰਾਂ ਨੇ ਆਖਿਆ ਉਹਦਾ ਅੰਤ ਹੀ ਇਹੀ, ਇਹੋ ਅੰਤ ਨਾ ਜਾਣੈ ਕੋਏ। ਉਹ ਵਾਹਿਗੁਰੂ ਦਾ ਅੰਤ ਹੀ ਇਹ ਹੈ ਕਿ ਉਹਨੂੰ ਕੋਈ ਜਾਣ ਨਹੀਂ ਸਕਦਾ। ਤੇ ਗੁਰਮੁਖ ਪਿਆਰਿਓ, ਸਤਿਗੁਰ ਬਚਨ ਕਰਦੇ ਨੇ, ਭਾਈ ਸੰਤ ਸੰਗ ਭਾਵ ਸਤ ਸੰਗਤ ਕਰਕੇ ਦੁਨੀਆ ਤਰਦੀ, ਉਹਦੀ ਸੰਗਤ ਕਰਕੇ ਇਹ ਵਿਧੇ, ਇਹ ਵਿਧੀ ਜਿਹੜੀ ਸੰਸਾਰ ਦੇ ਉੱਤੇ ਪ੍ਰਚਲਿਤ। ਨਾਨਕ ਪੈ ਅੰਪੈ ਚਰਨ ਜੰਪੈ, ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਤਾਂ ਹੀ ਮੈਂ ਉਸ ਵਾਹਿਗੁਰੂ ਦੀ ਸ਼ਰਨ ਆ, ਉਹਦੇ ਮੈਂ ਚਰਨਾਂ ਨੂੰ ਜਪਦਾ, ਉਹਦੇ ਚਰਨਾਂ ਨੂੰ ਸਮਰਪਿਤ ਆ। ਨਾਨਕ ਪੈ ਅੰਪੈ ਚਰਨ ਜੰਪੈ, ਓਟ ਗਹੀ ਗੋਪਾਲ ਦਇਆਲ ਕਿਰਪਾ ਨਿਧੇ। ਮੈਂ ਉਹਦੀ ਓਟ ਲਈ ਆ,
ਉਹਦੀ ਸ਼ਰਨ ਵਿੱਚ ਆ। ਮੈਂ ਸਾਰੇ ਦੁਨੀਆ ਦੇ ਦੁਆਰ ਛੱਡ ਕੇ ਸਗਲ ਦੁਆਰ ਕੋ ਛੱਡ ਕੇ ਗਹਿਓ ਤੁਹਾਰੋ ਦੁਆਰ। ਮੈਂ ਉਹਦੇ ਦੁਆਰ ਨੂੰ ਫੜਿਆ, ਦੁਨੀਆ ਦੇ ਦੁਆਰ ਛੱਡ ਕੇ। ਫਿਰ ਬਾਹੇ ਗਹੇ ਕੀ ਲਾਜ, ਅਸ ਬਾਂਹ ਫੜੇ ਦੀ ਲਾਜ ਉਹ ਪਰਮਾਤਮਾ ਰੱਖਦਾ। ਗੁਰਮੁਖ ਪਿਆਰਿਓ, ਗੁਰੂ ਨਾਨਕ ਦਾ ਦਰ ਤਾਂ ਸਿਰ ਦੀਜੈ ਬਾਹੇ ਨਾ ਛੋੜੀਐ। ਇੱਥੇ ਤਾਂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀਐ। ਇੱਥੇ ਤੇ ਸਤਿਗੁਰ ਸੱਚੇ ਪਾਤਸ਼ਾਹ ਬਾਂਹ ਫੜਦੇ, ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਐ। ਮਨ ਲੋਚੇ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਐ। ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ, ਬਾਹੇ ਨਾ ਛੋੜੀਐ। ਗੁਰ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋੜੀ। ਗੁਰੂ ਬਾਂਹ ਫੜਿਆਂ ਦੀ ਲਾਜ ਰੱਖਦਾ ਤੇ ਅਸੀਂ ਉਸ ਵਾਹਿਗੁਰੂ ਪਰਮਾਤਮਾ ਦੀ ਸ਼ਰਨ ਵਿੱਚ ਹਾਂ। ਤੇ ਸਤਿਗੁਰ ਸਾਨੂੰ ਰਾਹ ਦੱਸਦੇ, ਮਾਰਗ ਦੱਸਦੇ, ਉਪਦੇਸ਼ ਕਰਦੇ, ਭਾਈ ਉਹਦੀ ਸ਼ਰਨ ਲਓ। ਭਗਤ ਵਸ਼ਲ ਹਰ ਬਿਰਦ ਆਪ ਬਣਾਇਆ। ਉਹ ਵਾਹਿਗੁਰੂ ਦਾ ਭਗਤ ਵਸ਼ਲ ਬਿਰਦ ਆ, ਸੁਭਾਅ ਆ, ਧਰਮ ਆ। ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਇਹ ਬਿਰਦ ਸੁਆਮੀ ਸੰਦਾ। ਆਪਣੇ ਭਗਤਾਂ ਦੀ ਪ੍ਰਤਪਾਲਣਾ ਕਰਨੀ, ਰੱਖਿਆ ਕਰਨੀ। ਭਗਤ ਵਸ਼ਲ ਉਹਦਾ ਬਿਰਦ ਤੇ ਉਹਨੇ ਆਪ ਹੀ ਬਣਾਇਆ ਹੋਇਆ। ਜਹ ਜਹ ਸੰਤ ਆਰਾਧਾ ਤਹ ਤਹ ਪ੍ਰਗਟਾਇਆ। ਤੇ ਜਿੱਥੇ ਉਹਦੇ ਰੱਬ ਦੇ ਪਿਆਰੇ ਉਹਨੂੰ ਆਰਾਧਦੇ, ਉੱਥੇ ਹੀ ਪ੍ਰਗਟ ਹੁੰਦਾ। ਉੱਥੇ ਗੁਰਮੁਖ ਪਿਆਰਿਓ ਪ੍ਰਤੱਖ ਹੋ ਜਾਂਦਾ। ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਗੁਰਮੁਖ ਪਿਆਰਿਓ, ਭਗਤਾਂ ਦੀ ਸਦਾ ਤੂੰ ਰੱਖਦਾ ਆਇਆ, ਧੁਰ ਤੂੰ ਰੱਖਦਾ ਆਇਆ। ਗੁਰਮੁਖ ਪਿਆਰਿਓ, ਪਰਮਾਤਮਾ ਭਗਤਾਂ ਦੀ ਰੱਖਦਾ। ਜਿਹੜੇ ਉਹਦੇ ਬਣ ਜਾਂਦੇ, ਉਹਦਿਆਂ ਦੀ ਉਹਨੂੰ ਲਾਜ ਆ। ਅਸੀਂ ਉਹਦੇ ਬਣ ਜਾਈਏ, ਉਹਨੂੰ ਸਾਡੀ ਗੁਰਮੁਖ ਪਿਆਰਿਓ ਲਾਜ, ਆਪਣਿਆਂ ਦੀ ਲਾਜ ਆ ਉਹਨੂੰ। ਭਗਤ ਵਸ਼ਲ ਉਹਦਾ ਬਿਰਦ ਆ। ਉਹ ਤਾਂ ਜਿਹੜਾ ਵੀ ਉਹਨੂੰ ਯਾਦ ਕਰਦਾ, ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧ ਆਈ। ਤਾਕੋ ਦੁੱਖ ਹਰਿਓ ਕਰਨਾ ਨਿਧ ਆਪਣੀ ਪੈਜ ਵਡਾਈ। ਰਾਜ ਸਭਾ 'ਚ ਸੁਧ ਆਈ, ਧਿਆਨ ਆਇਆ, ਉੱਥੇ ਰੱਖਿਆ ਕਰ ਦਿੱਤੀ ਗੁਰਮੁਖ ਪਿਆਰਿਓ ਰਾਜ ਸਭਾ। ਜਿੱਥੇ ਚੀਰ ਹਰਨ ਹੋਣ ਦੇ ਹੁਕਮ ਹੋ ਗਏ, ਉੱਥੇ ਵੀ ਰੱਖਿਆ ਪਰਮਾਤਮਾ ਨੇ। ਮਾਂ ਦੇ ਉਦਰ ਵਿੱਚ, ਪੇਟ ਵਿੱਚ ਵੀ ਰੱਖਿਆ। ਸਤਿਗੁਰ ਬਚਨ ਕਰਦੇ ਆ, ਮਾਤ ਗਰਭ ਮੈਂ ਆਪਨ ਸਿਮਰਨ ਦੇ, ਤਹ ਤੁਮ ਰਾਖਣ ਹਾਰੇ। ਪਾਵਕ ਸਾਗਰ ਅਥਾ ਲਹਿਰ ਮੈਂ ਤਾਰੋ ਤਾਰਨ ਹਾਰੇ। ਉਹ ਵਾਹਿਗੁਰੂ ਹਰ ਜਗ੍ਹਾ ਜਿੱਥੇ ਕੋਈ ਯਾਦ ਕਰਦਾ, ਜਬ ਹੀ ਸ਼ਰਨ ਗਹੀ ਕਿਰਪਾ ਨਿਧ ਗਜ ਗਰਾਹ ਤੇ ਛੂਟਾ। ਮਹਿਮਾ ਨਾਮ ਕਹਾਂ ਲੈ ਬਰਨੋ ਰਾਮ ਕਹਿਤ ਬੰਧਨ ਤੇ ਟੂਟਾ। ਗਜ ਗਰਾਹ ਤੇ ਛੂਟਾ। ਤੇਂਦੂਏ ਨੂੰ ਫੜ, ਤੇਂਦੂਏ ਨੇ ਫੜ ਲਿਆ ਹਾਥੀ ਨੂੰ। ਗੁਰਮੁਖ ਪਿਆਰਿਓ, ਭਗਵਾਨ ਨੂੰ ਯਾਦ ਕੀਤਾ, ਉਹਦੀ ਰੱਖਿਆ ਕੀਤੀ ਭਗਵਾਨ ਨੇ। ਭਾਈ ਮਰਦਾਨੇ ਨੂੰ ਕੌਡੇ ਰਾਖਸ਼ ਨੇ ਫੜ ਲਿਆ। ਗੁਰਮੁਖ ਪਿਆਰਿਓ, ਫਿਰ ਗੁਰੂ ਨੂੰ ਯਾਦ ਕਰਦਾ ਗਿਆ, ਭਾਵੇਂ ਰੁੱਸ ਕੇ ਸੀ ਕਿ ਬਾਬਾ ਲੈ ਫੜ ਰਬਾਬ, ਆਪਣੀ ਭੁੱਖ ਪਿਆਸ ਨਹੀਂ ਘੱਟ ਹੁੰਦੀ, ਮੈਂ ਚੱਲਿਆ ਤਲਵੰਡੀ ਨੂੰ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਚੰਗਾ ਬਈ ਤੇਰੀ ਮਰਜ਼ੀ। ਤੇ ਜਦੋਂ ਰਾਹ 'ਚ ਫੜ ਲਿਆ ਕੌਡੇ ਨੇ, ਫਿਰ ਕਰਦਾ ਯਾਦ। ਤੇ ਫਿਰ ਸਤਿਗੁਰ ਪ੍ਰਗਟ ਹੋ ਕੇ, ਕਿਉਂਕਿ ਭਗਤ ਵਸ਼ਲ ਉਹਦਾ ਬਿਰਦ ਆ, ਇਹ ਆਪ ਹੀ ਬਣਾਇਆ ਉਸਨੇ। ਤੇ ਜਿੱਥੇ ਕੋਈ ਯਾਦ ਕਰਦਾ, ਜੈ ਜੈ ਸੰਤ ਆਰਾਧਾ ਤੈ ਤੈ ਪ੍ਰਗਟਾਇਆ। ਜਿੱਥੇ ਵੀ ਕੋਈ ਆਰਾਧ ਦਾ ਯਾਦ ਕਰਦਾ, ਉੱਥੇ ਪ੍ਰਗਟ ਹੁੰਦਾ ਉਹ ਪਰਮਾਤਮਾ। ਧੰਨੇ ਜੱਟ ਨੇ ਗੁਰਮੁਖ ਪਿਆਰਿਓ ਬੰਦਗੀ ਕਰਕੇ ਆਖਿਆ, ਭਗਵਾਨ ਪ੍ਰਗਟ ਹੋ, ਛਕ ਭੋਜਨ ਪ੍ਰਸ਼ਾਦਾ ਭਗਵਾਨ ਪ੍ਰਗਟ ਹੋਇਆ, ਛਕਿਆ। ਧੰਨੇ ਧਨ ਪਾਇਆ ਧਰਨੀ ਧਰ, ਮਿਲ ਜਨ ਸੰਤ ਸਮਾਨਿਆ। ਜਦੋਂ ਗੁਰਮੁਖ ਪਿਆਰਿਓ ਇਹ ਬਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ। ਮਿਲੇ ਪ੍ਰਤੱਖ ਗੁਸਈਆਂ ਧੰਨਾ ਵਡਭਾਗਾ। ਪ੍ਰਤੱਖ ਆਇਆ ਭਗਵਾਨ ਪਰਮਾਤਮਾ, ਪ੍ਰਗਟ ਹੁੰਦਾ ਗੁਰਮ। ਜਦੋਂ ਕੋਈ ਯਾਦ ਕਰਦਾ, ਕਿਉਂਕਿ ਉਹਦੇ ਹਰ ਜਗ੍ਹਾ ਉਹਨੇ ਕਿਹੜਾ ਕਿਤੇ ਆਉਣਾ, ਉੱਥੇ ਹੀ ਪ੍ਰਗਟ ਹੋਣਾ। ਉਹ ਤਾਂ ਹਰ ਯਰਰੇ 'ਚ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਤਾਂ ਘਟ ਘਟ ਮੈਂ ਹਰ ਜੂ ਬਸੈ। ਉਹ ਤਾਂ ਰਮਤ ਰਾਮ ਤੇ ਰਾਮ ਕਹਾਇਓ। ਰਾਮ ਨਾਮ ਹੀ ਤਾਂ ਆ ਉਹਦਾ, ਕਿਉਂ ਰਮਿਆ ਹੋਇਆ, ਹਰ ਕਣ 'ਚ ਮੌਜੂਦ ਹੈ, ਹਰ ਯਰਰੇ 'ਚ, ਹਰ ਜੀਵ 'ਚ ਮੌਜੂਦ ਹੈ। ਤੇ ਉਹਨੇ ਤੇ ਪ੍ਰਗਟ ਹੀ ਹੋਣਾ। ਤੇ ਆਖਿਆ ਸੀ, ਤੇਰਾ ਕਿੱਥੇ ਆ ਭਗਵਾਨ ਜਿਹਨੂੰ ਤੂੰ ਯਾਦ ਕਰਦਾ? ਆ ਥੰਮ 'ਚ ਹੈ, ਕਹਿੰਦੇ ਉਹ ਥੰਮ 'ਚ ਵੀ ਹੈਗਾ। ਤੇ ਫਿਰ ਥੰਮ ਪਾੜ ਕੇ ਨਰਸਿੰਘ ਪ੍ਰਗਟ ਹੋਇਆ। ਹਰਨਾਕਸ਼ ਫਾਰੇ ਕਰੇ ਆਜ। ਹੱਥਾਂ ਦੇ ਨੋਹਾਂ ਦੇ ਨਾਲ ਹੀ ਗੁਰਮੁਖ ਪਿਆਰਿਓ ਖਤਮ ਕਰਤਾ ਹਰਨਾਕਸ਼ ਨੂੰ, ਜਿਹੜਾ ਕਹਿੰਦਾ ਮੇਰਾ ਹੀ ਨਾਮ ਜਪੋ। ਜਲੇ ਹਰਨਾਕਸ਼ ਥਲੇ ਹਰਨਾਕਸ਼, ਈਬੈ ਹਰਨਾਕਸ਼ ਉਬੈ ਹਰਨਾਕਸ਼। ਨਹੀਂ ਕਹਿਣ ਦੇਣਾ ਜਲੇ ਹਰੀ ਥਲੇ ਹਰੀ, ਈਬੈ ਹਰੀ ਉਬੈ ਹਰੀ, ਨਹੀਂ ਜਪਣ ਦੇਣਾ। ਪਰ ਕੀ ਹਾਲ ਹੋਇਆ ਹਰਨਾਕਸ਼ ਦਾ? ਹਰਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ।
ਤੇ ਸਤਿਗੁਰ ਬਚਨ ਕਰ ਰਹੇ ਨੇ, ਭਾਈ ਜਹ ਜਹ ਸੰਤ ਅਰਾਧਹਿ ਤਹ ਤਹ ਪ੍ਰਗਟਾਇਆ, ਪ੍ਰਭ ਆਪ ਲੀਏ ਸਮਾਏ ਸਹਿਜ ਸੁਭਾਏ, ਭਗਤ ਕਾਰਜ ਸਾਰਿਆ। ਭਗਤਾਂ ਦੇ ਕਾਰਜ ਸਵਾਰਦਾ ਤੇ ਆਪਣੇ ਵਿੱਚ ਸਮਾ ਲੈਂਦਾ ਉਹਨਾਂ ਨੂੰ। ਹਰ ਹਰ ਜਨ ਦੋਏ ਏਕ ਹੈ, ਬਿਵਚਾਰ ਕਛ ਨਾਹਿ, ਜਲ ਤੇ ਉਪਜ ਤਰੰਗ ਜੋ ਜਲ ਹੀ ਵਿਖੈ ਸਮਾਹੇ। ਜਿਵੇਂ ਪਾਣੀ ਚੋਂ ਲਹਿਰਾਂ ਪੈਦਾ ਹੁੰਦੀਆਂ, ਤਰੰਗਾਂ ਪੈਦਾ ਹੁੰਦੀਆਂ, ਮੁੜ ਪਾਣੀ 'ਚ ਸਮਾ ਜਾਂਦੀਆਂ, ਇਸੇ ਤਰ੍ਹਾਂ ਆਪਣੇ ਭਗਤਾਂ ਨੂੰ ਆਪਣੇ ਵਿੱਚ ਸਮਾ ਲੈਂਦਾ ਉਹ, ਤੇ ਭਗਤਾਂ ਦੇ ਕਾਰਜ ਸਾਰਦਾ। ਤਾਂ ਹੀ ਭਗਤ ਧੰਨਾ ਜੀ ਆਰਤਾ ਪੜ੍ਹਦੇ ਕਹਿੰਦੇ ਨਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਜਿਹੜੇ ਤੇਰੀ ਭਗਤੀ ਕਰਦੇ ਤੂੰ ਉਹਨਾਂ ਦੇ ਕਾਜ ਸਵਾਰਦਾ। ਮੈਂ ਸੁਣਿਆ ਭਗਵਾਨ ਕਰ ਮੇਰੇ ਤੇ ਵੀ ਕਿਰਪਾ, ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਦਾਲ ਸੀਧਾ ਮੰਗੋ ਘੀਓ, ਹਮਰਾ ਖੁਸ਼ੀ ਕਰੇ ਨਿਤ ਜੀਓ, ਪਨੀਆਂ ਛਾਦਨ ਨੀਕਾ, ਅਨਾਜ ਮੰਗੋ ਸਤ ਸੀਕਾ, ਗਊ ਭੈਸ ਮੰਗੋ ਲਾਵੇਰੀ, ਇੱਕ ਤਾਜਨ ਤੁਰੀ ਚੰਗੇਰੀ, ਘਰ ਕੀ ਗੀਹਣ ਚੰਗੀ ਜਨ ਧੰਨਾ ਲੇਵੈ ਮੰਗੀ, ਗੱਜ ਕੇ ਆਖੋ ਸਤਨਾਮ। ਭਗਤ ਧੰਨਾ ਕਹਿੰਦੇ ਭਗਵਾਨ ਕਰ ਕਿਰਪਾ ਦੇ ਮੈਨੂੰ ਆ, ਮੈਂ ਸੁਣਿਆ ਕਿ ਤੂੰ ਆਪਣੇ ਭਗਤਾਂ ਦੇ ਕਾਜ ਸਵਾਰਦਾ, ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰਤਾ। ਤੇ ਸਤਿਗੁਰ ਬਚਨ ਕਰ ਰਹੇ, ਭਗਤ ਕਾਰਜ ਸਾਰਿਆ, ਭਗਤਾਂ ਦੇ ਕਾਰਜ ਸਵਾਰਦਾ ਉਹ। ਆਨੰਦ ਹਰ ਜਸ ਮਹਾ ਮੰਗਲ, ਸਰਬ ਦੁਖ ਵਿਸਾਰਿਆ। ਤੇ ਫਿਰ ਜਿਹੜੇ ਜੁੜ ਜਾਂਦੇ ਉਹਨਾਂ ਨੂੰ ਆਨੰਦ ਹੀ ਆਨੰਦ ਆ, ਆਨੰਦ ਹੀ ਆਨੰਦ ਆ। ਇਹ ਰਸ ਛਾੜੇ ਉਹ ਰਸ ਆਵਾ। ਜਦੋਂ ਦੁਨਿਆਵੀ ਵਿਸ਼ੇ ਵਿਕਾਰਾਂ ਦਾ, ਭੋਗ ਪਦਾਰਥਾਂ ਦਾ, ਸਵਾਰਥਾਂ ਦਾ ਰਸ ਛੱਡ ਦਿੱਤਾ, ਫਿਰ ਆਉਂਦਾ ਬਰਮਾਨੰਦ, ਬਰਮਾ ਰਸ, ਫਿਰ ਆਉਂਦਾ ਨਾਮ ਦਾ ਰਸ। ਤੇ ਜਦੋਂ ਫਿਰ ਉਹ ਪੀ ਲਿਆ, ਇਹ ਰਸ ਛਾੜੇ ਉਹ ਰਸ ਆਵਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਫਿਰ ਆ ਦੁਨਿਆਵੀ ਰਸ ਜਿਹੜੇ ਆ ਰਸ ਨਹੀਂ ਲੱਗਦੇ। ਜਦੋਂ ਉਹ ਰਸ ਪੀ ਲਿਆ ਫਿਰ ਦੁਨਿਆਵੀ ਪਦਾਰਥ ਮਿੱਠੇ ਵੀ ਨਹੀਂ ਲੱਗਦੇ। ਬਾਬਾ ਫਰੀਦ ਸਾਹਿਬ ਨੂੰ ਪੜ੍ਹੋ ਤੇ ਉਹ ਵੀ ਕਹਿੰਦੇ, ਫਰੀਦਾ ਸ਼ੱਕਰ ਖੰਡ ਨਿਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੈਗੀਆਂ ਨੇ ਵਸਤੂਆਂ ਮਿੱਠੀਆਂ ਪਰ ਰੱਬਾ ਪਰਮਾਤਮਾ ਜਿੰਨਾ ਤੇਰਾ ਨਾਮ ਮਿੱਠਾ ਨਾ, ਉਨੀ ਮਿਠਾਸ ਇਹ ਪਦਾਰਥ ਨਹੀਂ ਰੱਖਦੇ। ਇਹ ਰਸ ਛਾੜੇ ਉਹ ਰਸ ਆਵਾ। ਭੋਗ ਵਿਲਾਸਾਂ ਪਦਾਰਥਾਂ ਦੇ ਰਸ, ਵਿਸ਼ੇ ਵਿਕਾਰਾਂ ਦੇ ਰਸ ਜਦੋਂ ਛੱਡ ਦਿੱਤੇ, ਫਿਰ ਉਹ ਆਉਂਦਾ ਉਹ ਬ੍ਰਹਮਾਨੰਦ, ਫਿਰ ਬ੍ਰਹਮਾ ਰਸ। ਫਿਰ ਗੁਰਮੁਖ ਪਿਆਰੇ ਉਸ ਰਸ ਨੂੰ ਜਿਹੜਾ ਚੱਖਦਾ, ਉਹ ਰਸ ਪੀਆ ਇਹੋ ਰਸ ਨਹੀਂ ਭਾਵਾ। ਫਿਰ ਇਹ ਰਸ ਫਿੱਕੇ ਜਿਤਨੇ ਰਸ ਅਨਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ, ਸਭ ਤਿਤਨੇ ਫੀਕ ਫਿਕਾਨੇ, ਸਾਰੇ ਫਿੱਕੇ ਆ। ਪਰਮਾਤਮਾ ਦੇ ਨਾਮ ਰਸ ਤੋਂ ਬਿਨਾਂ, ਭਗਤੀ ਬੰਦਗੀ ਦੇ ਰਸ ਬਿਨਾਂ ਸਾਰੇ ਹੀ ਰਸ ਫਿੱਕੇ ਆ। ਤੇ ਸਤਿਗੁਰ ਬਚਨ ਕਰ ਰਹੇ ਆ ਕਿ ਹੇ ਪਰਮਾਤਮਾ, ਆਨੰਦ ਹਰ ਜਸ ਮਹਾ ਮੰਗਲ, ਸਰਬ ਦੁਖ ਵਿਸਾਰਿਆ। ਆਨੰਦ ਹੀ ਆਨੰਦ ਆ, ਤੇਰੇ ਰਸ ਤੇਰੇ ਨਾਲ ਜੁੜਿਆ ਤੇ ਸਾਰੇ ਦੁੱਖ ਤੂੰ ਦੂਰ ਕਰ ਦੇਣਾ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਨਾਲ, ਗੁਰੂ ਦੇ ਨਾਮ ਨਾਲ ਜੁੜ ਗਏ, ਫਿਰ ਦੁੱਖ ਰੋਗ ਸੰਤਾਪ ਉਤਰੇ। ਸਾਨੂੰ ਦੁੱਖ ਰੋਗ ਕਿਉਂ ਆ? ਅਸੀਂ ਬਾਣੀ ਨਾਲ ਜੁੜੇ ਨਹੀਂ। ਜਦੋਂ ਬਾਣੀ ਨਾਲ ਜੁੜ ਗਏ, ਨਾਮ ਨਾਲ ਜੁੜ ਗਏ, ਦੁੱਖ ਰੋਗ ਰਹਿੰਦੇ ਹੀ ਨਹੀਂ। ਗੁਰਮੁਖ ਪਿਆਰੋ ਫਿਰ ਪਰਮੇਸ਼ਰ ਦਿੱਤਾ ਬੰਨਾ, ਦੁੱਖ ਰੋਗ ਕਾ ਡੇਰਾ ਭੰਨਾ। ਆਨੰਦ ਕਰਹਿ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਸੰਤੋ ਸੁਖ ਹੋਆ ਸਭ ਥਾਈ, ਫਿਰ ਤੇ ਸਾਰੀ ਜਗ੍ਹਾ ਸੁਖ ਹੀ ਸੁਖ ਹੈ। ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹ ਦ੍ਰਿਸ਼ਟ ਆਇਆ। ਜਿਹੜੇ ਜੁੜ ਗਏ ਫਿਰ ਗੁਰਮੁਖ ਪਿਆਰਿਓ, ਉਹਦੇ ਨਾਮ ਦਾ ਚਮਕਾਰਾ, ਉਹਦੇ ਇਹ ਚਮਕ ਪਰਮਾਤਮਾ ਦੀ ਚਮਤਕਾਰ, ਪ੍ਰਗਾਸ਼ ਉਹਦਾ ਚਾਨਣ। ਦਹਿ ਦਿਸ, ਦਸੇ ਦਿਸ਼ਾਵਾਂ ਦੇ ਅੰਦਰ ਗੁਰਮੁਖ ਪਿਆਰਿਓ, ਅਸੀਂ 4 ਦਿਸ਼ਾਵਾਂ ਮੰਨਦੇ, ਉੱਤਰ ਪੂਰਬ ਪੱਛਮ ਦੱਖਣ। ਫਿਰ ਇਹਨਾਂ ਦੇ ਚਾਰੇ ਵਿਚਾਲ 10 ਦਿਸ਼ਾਵਾਂ ਕਿਵੇਂ ਬਣਦੀਆਂ? 4 ਤਾਂ ਇਹ ਹੋ ਗਈਆਂ, 4 ਇਹਨਾਂ ਦੇ ਵਿਚਾਲਾ ਤੇ ਇੱਕ ਉੱਪਰ ਤੇ ਇੱਕ ਹੇਠਾਂ, ਇਸ ਤਰ੍ਹਾਂ 10 ਦਿਸ਼ਾਵਾਂ ਬਣਦੀਆਂ। ਏਕ ਤਹਿ ਦ੍ਰਿਸ਼ਟ ਆਇਆ, ਜਿਨ੍ਹਾਂ ਤੇ ਕਿਰਪਾ ਹੋ ਗਈ, ਜੁੜ ਗਏ, ਫਿਰ ਉਹਨਾਂ ਨੂੰ 10 ਦਿਸ਼ਾਵਾਂ 'ਚੋਂ ਪਰਮਾਤਮਾ ਹੀ ਦ੍ਰਿਸ਼ਟੀ ਆਉਂਦਾ, ਉਹੀ ਦਿਸਦਾ। ਫਿਰ ਉਹਨਾਂ ਨੂੰ ਸਾਰਿਆਂ ਦੇ ਅੰਦਰ ਹੀ ਗੁਰਮੁਖ ਪਿਆਰੇ, ਜਿਵੇਂ ਭਗਤ ਨਾਮ ਦੇ ਪਰਮਾਤਮਾ ਵੱਖ-ਵੱਖ ਰੂਪਾਂ 'ਚ। ਜੇ ਗੁਰਮੁਖ ਪਿਆਰਿਓ ਕੂਕਰ ਰੋਟੀ ਲੈ ਕੇ ਦੌੜਿਆ, ਮਗਰ ਘਿਓ ਲੈ ਕੇ ਦੌੜੇ, ਭਗਵਾਨ ਸੁੱਕੀ ਖਾਓਗੇ। ਉਹਦੇ 'ਚ ਵੀ ਦੇਖ ਲਿਆ ਪਰਮਾਤਮਾ ਨੂੰ, ਭਗਵਾਨ ਨੂੰ। ਇਹ ਵਿਸ ਤੁਮ ਜੇ ਸੰਸਾਰ ਜੋ ਤੋ ਦੇਖਦੇ, ਹਰ ਕਾ ਰੂਪ ਹੈ
हर रूप नदरी आया। नानक पै अंपै चरण जंपै भगत वशल हर बिरद आप बनाया। नानक नाम की मोहर लगा के गुरु अर्जन देव महाराज बचन करदे, हे परमात्मा मैं तेरी चरण शरण विच हाँ, भगतां नूं नवाजण वाला बिरद तूं आप बनाया ते मैं तेरे चरनां नूं जपदा। आओ गुरमुखो गुरु दे चरनां नूं जपीए, गुरु दी बाणी नाल, गुरु दे सेवा सिमरन नाल जुड़ के जीवन सफला करिए। गुरु दे दवारे नाल जुड़ के, जिथे गुरु की बंदगी है, गुरु का लंगर है, गुरु की सेवा है, गुरु की सरावां राम सारा कुछ ही। साईं बुल्ले शाह वर्गे नूं भी कहना पिया कि इट खड़का दुपड़ वजे नाले तपदा चुल्हा, इत्थे बुल्ले दा मौला राजी ते नाले राजी बुल्ला। ये गुरु का दवारा है ते गुरु के दवारे नाल, गुरु के नाम नाल जुड़ के, सेवा सिमरन नाल जुड़ के अपना जीवन सफला करिए। ये सतगुरां ने सानू उपदेश बख्शिया। गुरु की बाणी नाल जुड़िए, अपने इतिहास नाल जुड़िए। पहले सिख बादशाह बाबा बंदा सिंह बहादुर का जन्म दिहाड़ा मनाया जा रहा संसार के अंदर, जिन्हों ने गुरमुख प्यारिओ सरहंद फतेह करके वजीद खां सूबा सरहंद नूं सोध के सिख राज का झंडा गढ़िया ते किला लोहगढ़ पहली राजधानी बनाई जो हरियाणा हिमाचल विच आ। हज़ारां एकड़ां च फैली हुई गुरुद्वारा किला मुबारक साहब, किला लोहगढ़ साहब। कल उत्थे हरियाणा से गुरुद्वारा प्रबंधक कमेटी वालों में पहले सिख बादशाह बाबा बंदा सिंह बहादुर का गुरमुख प्यारिओ जन्म दिहाड़ा मनाया गया। प्रधान साहब, मैंबर साहबान, संगतां, स्कूल कालजां दे बच्चे वड्डी गिणती दे अंदर ऐन पहाड़ां पर्वतां दीयां चोटियां च जमुना नगर जिला गुरमुख प्यारिओ हरियाणा की धरती, सानू माण साडे हरियाणे की धरती ते आओ। पहले सिख राज की राजधानी किला श्री लोहगढ़ साहब गुरुद्वारा साहब सुंदर इमारत तैयार हुई है। जथेदार बाबा सुखा सिंह जी जो इस स्थान पर भी कार सेवा कर रहे करनाल वाले, उन्हां दे वल्लों गुरमुख प्यारिओ सुंदर इमारत संगतां दे सहयोग नाल तैयार कीती है। कल उत्थे गुरमुख प्यारिओ वड्डी गिणती च संगतां ने पुज के पहले सिख बादशाह बाबा बंदा सिंह बहादुर का जन्म दिहाड़ा मनाया। सानू अपने पुरखियां दे दिन मनाने, गुरुआं दे गुरपुरब, संतां भगतां गुरसिखां दे दिन, जिहदे तो सानू पता लगदा है कि साडा किड्डा गौरवमई संघर्षमई इतिहास है। साडे बजुर्गां ने किन्नियां कुर्बानियां कीतियां। गुरबाणी दे बचन बाबाणियां कहाणियां पुत सपुत करेण। देखो बाजां वाले सतगुर का थापड़ा लैके एक सवाह मल के बैठा साध जिहड़ा सी वो सूरमा योधा बन गया। जिहड़ा सवाह मल के बैठा सी, जटां वधा के बैठा सी, साधुआं दा मजाक उड़ाउंदा सी, ते जदों बाजां वाले सतगुर की शोह प्राप्त होई, मेरे गुरु की शोह ऐसी मैं अक्सर बेनती करदा हुन्ना। इत्थे सैद खान आया, योधा सी, वो सतगुर दे दर्शन कर गुरु नूं फड़न आया सी, गुरु नाल लड़न आया सी, पाना दा बीड़ा काड़ काड़ करदा चबिया सी। उन्हें दिल्ली दरबार कि मैं गुरु नूं फड़ के लियावांगा। ते गुरमुख प्यारिओ सतगुर दे भावें भैण नसीरां ने, पीर बुद्धू शाह संढौरे दा पीर, उन्हां दी बेगम, ते उस गुरमुख प्यारिओ सैद खान दी गुरमुख प्यारिओ भैण नसीरां बेगम ने, भैण नसीरां ने बथेरा समझाया कि गुरु गोबिंद सिंह महाराज कोई आम व्यक्ति नहीं, इस धरती ते होर ना कोई तेरे जिहा आया। अकाल पुरख दी जहरा मूरत गुर गोविंद अखवाया। वह प्रगटिओ मर्द अगमड़ा वरियाम अकेला, वाह वाह गुरु गोबिंद सिंह आपे गुर चेला। जिन्हां दे स्थान ते असीं जुड़ बैठे आ। गुरुद्वारा नाढ़ा नाडू साहब फकीर नूं तारिया, सतगुर ने संगतां नूं तारिया। ते जदों सतगुर दा सामना जंग दे मैदान च होया, हथ चों हथियार छुट गए। घोड़े ते सवार सतगुर पातशाह दे जाके चरण फड़ ले, कहंदा महाराज किरपा कर दिओ, मैनू भी सिख बना लो, मैनू माला बख्श दिओ, नाम बख्श दिओ, मैनू बंदगी बख्श दिओ, सिमरन बख्श दिओ। देखो एक योधा जिहड़ा सी जंग दे मैदान च बाजां वाले सतगुर दा जमाल ते जलाल दा भरिया नूरानी चेहरा तक के ते गुरमुख प्यारिओ साधु बन गया। ते दूसरे पासे जिहड़ा सवाह मलन वाला साधु सी, वो गुरु दी चरण छोह प्राप्त करके योधा बन गया। अमृत दी दात लई गुरबख्श सिंह नां रखिया, बंदा सिंह बहादुर दे नाम नाल प्रसिद्ध होया।
ਬਾਜਾਂ ਵਾਲੇ ਗੁਰੂ ਦਾ ਥਾਪੜਾ ਲੈ ਕੇ ਤੁਰਿਆ। ਸਾਨੂੰ ਆਪਣੇ ਜਰਨੈਲਾਂ ਨੂੰ ਯਾਦ ਕਰਨਾ ਚਾਹੀਦਾ। ਸਾਡੇ ਪੁਰਾਤਨ ਵਰਤਮਾਨ ਸਮੇਂ ਦੇ ਯੋਧੇ ਜਰਨੈਲ ਸਰਦਾਰ ਹਰੀ ਸਿੰਘ ਨਲੂਆ, ਜਥੇਦਾਰ ਅਕਾਲੀ ਬਾਬਾ ਫੂਲਾ ਸਿੰਘ, ਗੁਰਮੁਖ ਪਿਆਰਿਓ ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ ਵਰਗੇ ਸਰਲੱਥ ਯੋਧੇ, ਬਾਬਾ ਦੀਪ ਸਿੰਘ ਵਰਗੇ, ਸਰਦਾਰ ਜੱਸਾ ਸਿੰਘ ਰਾਮਗੜੀਆ, ਸਰਦਾਰ ਜੱਸਾ ਸਿੰਘ ਆਲੂਵਾਲੀਆ, ਐਸੇ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ, ਸਿੱਖ ਰਾਜ ਸਥਾਪਿਤ ਕੀਤਾ ਜਿਨ੍ਹਾਂ ਨੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ, ਗੁਰੂ ਦੇ ਬਚਨਾਂ ਨੂੰ ਪ੍ਰਤੱਖ ਕਰਕੇ ਦਿਖਾਇਆ। ਮੁਗਲ ਰਾਜ ਦੀਆਂ ਜੜ੍ਹਾਂ ਪੱਟ ਕੇ ਸਰਹੰਦ ਫਤਿਹ ਕਰਕੇ ਸਿੱਖ ਰਾਜ ਦਾ ਝੰਡਾ ਤੇ ਸਿੱਖ ਰਾਜਧਾਨੀ ਕਿਲ੍ਹਾ ਲੋਹਗੜ੍ਹ, ਜਿੱਥੇ ਕੱਲ੍ਹ ਆਪਾਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਨਮ ਦਿਹਾੜਾ ਮਨਾਇਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਦਾ, ਉਹਨਾਂ ਨੂੰ ਯਾਦ ਕਰੀਏ। 5 ਸਾਲ ਦਾ ਬੱਚਾ ਸੀ, ਕਾਲਜਾ ਕੱਢ ਕੇ ਮੂੰਹ ਵਿੱਚ ਪਾਇਆ, ਸਿੱਖੀ ਛੱਡ ਦੇ, ਇਸਲਾਮ 'ਚ ਆ ਜਾ, ਬੜੀਆਂ ਨਵਾਜ਼ਿਸ਼ਾਂ ਮਿਲਣਗੀਆਂ, ਪਰ ਗੁਰੂ ਦਾ ਸਿੱਖ ਆਖਿਆ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਧਰਮ ਤੇ ਅਡੋਲ ਰਿਹਾ ਗੁਰਮੁਖ ਪਿਆਰਿਓ। ਸੀ ਜਥੇਦਾਰ ਸਾਡੀ ਕੌਮ ਦੇ ਗੁਰਮੁਖ ਪਿਆਰਿਓ, ਜਿਹੜੇ ਸਾਡੇ ਲਈ ਐਗਜ਼ੈਂਪਲਾਂ ਸੈੱਟ ਕਰ ਗਏ, ਜਿਨ੍ਹਾਂ ਦਾ ਜੀਵਨ ਸਾਡਾ ਮਾਰਗਦਰਸ਼ਨ ਕਰਦਾ। ਮਾਫ ਕਰਿਓ, ਅੱਜ ਜਥੇਦਾਰ ਉਹ ਵੀ ਗੁਰਮੁਖ ਪਿਆਰਿਓ ਜੋ 4 ਕੋਈ ਕਮੈਂਟ ਕਰਦੇ ਤੇ ਅਸਤੀਫੇ ਦੇ ਕੇ ਰੋਣ ਲੱਗ ਜਾਂਦੇ, ਮਾਫ ਕਰਿਓ, ਉਹ ਜਥੇਦਾਰ ਨਹੀਂ। ਜਥੇਦਾਰ ਰੋਜ਼ 5 ਸਾਲ ਦੇ ਬੱਚੇ ਦਾ ਕਾਲਜਾ ਕੱਢ ਕੇ ਮੂੰਹ ਵਿੱਚ ਪਾਇਆ ਤੇ ਤਾਂ ਵੀ ਗੁਰਮੁਖ ਪਿਆਰਿਓ ਸਿੱਖੀ ਸਿਦਕ ਤੋਂ ਪਛਾਣ ਨਹੀਂ ਹਟਿਆ। ਜਮੂਰਾਂ ਨਾਲ ਮਾਸ, ਇੱਥੇ 4 ਕਮੈਂਟਾਂ ਨਾਲ ਭਾਵਨਾਵਾਂ ਭੜਕ ਜਾਂਦੀਆਂ। ਜਥੇਦਾਰ ਪੰਥ ਦੇ ਹੁੰਦੇ ਆ, ਪਰਿਵਾਰਾਂ ਦੇ ਨਹੀਂ। ਜਥੇਦਾਰ ਪੰਥ ਦੇ, ਕੌਮ ਦੇ ਆ, ਪਰਿਵਾਰਾਂ ਦੇ ਨਹੀਂ। ਜਦੋਂ ਪੰਥ ਤੇ ਕੋਈ ਆਣ ਬਣ ਬਣੇ, ਜਬੈ ਬਣ ਲੱਗਿਓ, ਤਬੈ ਰੋਸ ਜਾਗਿਓ, ਫੇਰ ਜਥੇਦਾਰਾਂ ਦੇ ਨੇਤਰਾਂ 'ਚ ਰੋਹ ਆਉਣਾ ਚਾਹੀਦਾ ਤੇ ਹੱਥ ਤਲਵਾਰ ਖੰਡੇ ਦੇ ਮੁੱਠੇ ਤੇ ਜਾਣਾ ਚਾਹੀਦਾ। ਕੌਮ ਦੀ ਲੜਾਈ, ਪੰਥ ਦੀ ਲੜਾਈ, ਕਿ ਸਾਡੇ ਪੰਥ ਤੇ ਗੁਰੂ ਗ੍ਰੰਥ ਤੇ ਕੋਈ ਬਣੀ ਆ। ਪਰ ਮਾਫ ਕਰੇ, ਉਦੋਂ ਤੇ ਆਉਂਦਾ ਨਹੀਂ। ਜਦੋਂ ਪਰਿਵਾਰਾਂ ਤੇ ਕੋਈ 4 ਕਮੈਂਟ ਕਰਦੇ ਤੇ ਉਦੋਂ ਜਥੇਦਾਰ ਰੋਣ ਲੱਗ ਜਾਣ। ਫਿਰ ਉਹ ਜਥੇਦਾਰ ਕੌਮ ਦੇ ਨਹੀਂ, ਪਰਿਵਾਰ ਦੇ, ਪੰਥ ਦੇ ਨਹੀਂ, ਪਰਿਵਾਰ ਦੇ। ਬਹਾਦਰੀ ਦਿਖਾਉਣੀ ਚਾਹੀਦੀ। ਗੁਰਮੁਖ ਪਿਆਰਿਓ, ਜਿੱਡੇ ਵੱਡੇ ਅਹੁਦੇ, ਓਡਾ ਵੱਡਾ ਜਿਗਰਾ, ਓਡੀ ਵੱਡੀ ਅਗਵਾਈ। ਜਮੂਰਾਂ ਨਾਲ ਮਾਸ ਤੋੜਿਆ, ਹਾਥੀ ਦੇ ਖੁੱਦੇ ਤੇ ਬਿਠਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਦੇ ਬਾਜ਼ਾਰਾਂ 'ਚ ਘੁਮਾਇਆ ਫਰਖਸ਼ੀਰ ਬਾਦਸ਼ਾਹ ਨੇ। ਆਹ ਦੇਖੋ ਤੁਹਾਡਾ ਬਾਦਸ਼ਾਹ, ਜੰਜੀਰਾਂ ਨਾਲ ਜਕੜਿਆ। ਤੇ ਗੁਰਮੁਖ ਪਿਆਰਿਓ, ਇੱਕ ਮੁੱਛ-ਫੁੱਟ ਗੱਭਰੂ ਨੌਜਵਾਨ ਫੜਿਆ ਸੀ, ਲਾਈਨ 'ਚ ਲਾ ਕੇ ਸ਼ਹੀਦ ਕਰ ਰਹੇ ਸੀ। ਫਰਖਸ਼ੀਰ ਦੇ ਸਿਪਾਹੀ ਜ਼ਲਾਦ ਮਾਂ ਫਰਖਸ਼ੀਰ ਕੋਲੇ ਫਰਿਆਦ ਕੀਤੀ ਕਿ ਮੇਰਾ ਪੁੱਤ ਕੇਸਾਧਾਰੀ ਹਿੰਦੂ ਆ, ਸਿੱਖ ਨਹੀਂ ਆ। ਉਹ ਕਹਿੰਦਾ ਕੋਈ ਤਾਂ ਡੋਲਿਆ, ਛੱਡ ਦਿਓ ਇਹਨੂੰ। ਜਦੋਂ ਛੱਡਿਆ, ਲਿਆਂਦਾ ਬਾਦਸ਼ਾਹ ਦੇ ਸਾਹਮਣੇ, ਕਹਿੰਦਾ ਜਾ, ਤੈਨੂੰ ਭੁਲੇਖੇ ਨਾਲ ਫੜਿਆ, ਤੇਰੀ ਮਾਂ ਨੇ ਆਖਿਆ ਤੂੰ ਸਿੱਖ ਨਹੀਂ, ਕੇਸਾਧਾਰੀ ਹਿੰਦੂ ਆ, ਜਾ ਚਲਿਆ ਜਾ। ਜਦੋਂ ਸੁਣਿਆ, ਲੂੰ ਕੰਡੇ ਖੜੇ ਹੋ ਗਏ ਉਹ ਮੁੱਛ-ਖੁੱਟ ਗੱਭਰੂ ਨੌਜਵਾਨ ਦੇ। ਮਾਂ ਕਹਿੰਦੀ ਪੁੱਤ ਦਾ ਵਿਆਹ ਧਰਿਆ, ਬਾਦਸ਼ਾਹ ਨੂੰ ਛੱਡ ਦੇ, ਮੈਂ ਲੈ ਜਾਵਾਂ। ਪਰ ਮਾਂ ਕੋਲੋਂ ਝਟਕਾ ਮਾਰ ਕੇ ਹੱਥ ਛੁਡਾ ਕੇ ਉਹ ਮੁੱਛ-ਫੁੱਟ ਗੱਭਰੂ ਜਾ ਕੇ ਫਿਰ ਸ਼ਹੀਦਾਂ ਵਾਲੀ ਲਾਈਨ 'ਚ ਖੜ ਗਿਆ। ਕਹਿੰਦਾ ਬਾਦਸ਼ਾਹ, ਮੈਂ ਤਾਂ ਕਲਗੀਆਂ ਵਾਲੇ ਸਤਿਗੁਰ ਦਾ ਸਿੱਖ ਆ, ਮੌਤ ਤੋਂ ਨਹੀਂ ਡਰਦਾ। ਇਹ ਮੇਰੀ ਮਾਂ ਹੀ ਨਹੀਂ ਜਿਹੜੀ ਝੂਠ ਬੋਲ ਰਹੀ ਹੈ। ਗੱਜ ਕੇ ਆਖੋ ਸਤਨਾਮ। ਇਹ ਮਾਂ ਹੀ ਨਹੀਂ, ਇਹ ਹੈ ਸਿੱਖੀ ਸਿੱਧ। ਸੂਰਾ ਸੋ ਪਹਿਚਾਨੀ ਹੈ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਸਾਡੇ ਨੇਤਰਾਂ 'ਚ ਨੀਰ ਉਦੋਂ ਆਵੇ, ਸਾਡੇ ਗੁਰਮੁਖ ਪਿਆਰਿਓ ਭਾਵਨਾਵਾਂ ਉਦੋਂ ਭੜਕਣ ਜੇ ਕੋਈ ਗੁਰੂ ਗ੍ਰੰਥ ਪੰਥ ਦਾ ਅਪਮਾਨ ਕਰੇ, ਇਨਸਾਫ ਮੰਗਦੇ ਸਿੱਖਾਂ ਨੂੰ ਗੋਲੀਆਂ ਮਾਰੇ, ਕੋਈ ਗੁਰੂ ਦਾ ਸਵਾਂਗ ਰਚੇ, ਉਦੋਂ ਸਾਡੀਆਂ ਭਾਵਨਾਵਾਂ ਨਹੀਂ ਭੜਕਦੀਆਂ। ਭੜਕਦੀਆਂ ਤੋਂ ਗੱਲ ਪਰਿਵਾਰਾਂ ਤੇ ਆਉਂਦੀ ਹੈ। ਮਾਫ ਕਰਿਓ ਗੁਰਮੁਖ ਪਿਆਰਿਓ, ਅਸੀਂ ਪੰਥ ਦੀ ਸੇਵਾਦਾਰ, ਪੰਥ ਦੀ ਸੇਵਾ ਨਿਭਾਉਣੀ, ਪੰਥ ਲਈ ਐਗਜ਼ੈਂਪਲਾਂ ਸੈੱਟ ਕਰਨੀਆਂ ਨੇ। ਬਾਬਾ ਬੰਦਾ ਸਿੰਘ ਬਹਾਦਰ ਜਿਨ੍ਹਾਂ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ, ਮੁਬਾਰਕਾਂ ਸੰਗਤਾਂ ਨੂੰ। ਕੱਲ੍ਹ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਜਨਮ ਦਿਹਾੜਾ ਮਨਾਇਆ ਗਿਆ। ਆਪਣੇ ਗੁਰੂਆਂ ਦੇ, ਆਪਣੇ ਸ਼ਹੀਦਾਂ ਸਿੰਘਾਂ, ਯੋਧਿਆਂ, ਸੰਤਾਂ, ਭਗਤਾਂ, ਗੁਰਸਿੱਖਾਂ ਦੇ ਦਿਨ ਮਨਾਉਣੇ, ਇਹ ਸਾਡਾ ਫਰਜ਼ ਬਣਦਾ। ਤੇ ਉਹਨਾਂ ਦੇ ਜੀਵਨ ਤੋਂ ਸਿੱਖਿਆ ਲੈਣੀ, ਕਿਉਂਕਿ ਜਿਨ ਕਾ ਦਿਨ ਮਨਾਤੇ ਹੋ ਉਨਕੀ ਬਾਤ ਵੀ ਮਾਨੋ।
ਉਹਨਾਂ ਦੀ ਗੱਲ ਵੀ ਮੰਨਣੀ, ਉਹਨਾਂ ਦੇ ਜੀਵਨ ਤੋਂ ਉਪਦੇਸ਼ ਲੈ ਕੇ ਆਪਣਾ ਜੀਵਨ ਸਫਲਾ ਕਰਨਾ। ਇਹ ਵੀ ਬੇਨਤੀ ਨਾਲ ਹੈ। ਬਹੁਤ ਧੰਨਵਾਦ ਸੰਗਤਾਂ ਦਾ, ਬੜਾ ਪਿਆਰ ਤੇ ਸਤਿਕਾਰ। ਸੰਗਤਾਂ ਹਾਜ਼ਰੀ ਭਰ ਰਹੀਆਂ ਨੇ। ਸਤਿਕਾਰਯੋਗ ਸਿੰਘ ਸਾਹਿਬ ਨੇ ਜਿਵੇਂ ਦੱਸਿਆ, ਅਮਰੀਕਾ ਦੀ ਧਰਤੀ ਤੋਂ 2-3 ਦਿਨ ਪਹਿਲਾਂ ਹੀ ਵਾਪਸ ਆਏ। ਬੜੇ ਵੱਡੇ ਸਨਮਾਨ ਉੱਥੇ ਗੁਰਮੁਖ ਪਿਆਰਿਓ ਸੰਗਤਾਂ ਨੇ ਪਿਆਰ ਤੇ ਸਤਿਕਾਰ, ਅੰਬੈਸਡਰ ਆਫ ਪੀਸ। ਪਰ ਮੈਂ ਸਮਝਦਾ ਗੁਰੂ ਦਾ ਸਿੱਖ ਹੋਣ ਤੋਂ ਵੱਡਾ ਕੋਈ ਸਨਮਾਨ ਨਹੀਂ। ਮੈਂ ਗੁਰੂ ਦਾ ਸਿੱਖ ਹਾਂ ਤੇ ਸਿੱਖੀ ਦਾ ਪ੍ਰਚਾਰਕ, ਗੁਰੂ ਨੇ ਸੇਵਾ ਝੋਲੀ ਪਾਈ ਹੈ, ਇਹਦੋਂ ਵੱਡਾ ਕੋਈ ਸਨਮਾਨ ਨਹੀਂ। ਬਾਕੀ ਚਾਹੇ ਅਮਰੀਕਾ ਤੋਂ ਸਨਮਾਨ ਮਿਲਣ ਤੇ ਚਾਹੇ ਕਿਤੇ ਹੋਰ, ਸਾਰੇ ਛੋਟੇ ਰਹਿ ਜਾਂਦੇ। ਗੁਰੂ ਦਾ ਸਿੱਖ ਹੋਣਾ ਇਹ ਸਭ ਤੋਂ ਵੱਡਾ ਸਨਮਾਨ ਕਿ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ, ਗੁਰੂ ਨਾਨਕ ਦਾ ਦਸ਼ਮੇਸ਼ ਦਾ ਸਿੱਖ ਹਾਂ। ਇਹਦੋਂ ਵੱਡਾ ਕੋਈ ਸਨਮਾਨ ਨਹੀਂ। ਬਾਕੀ ਸਭ ਸਨਮਾਨ ਛੋਟੇ ਰਹਿ ਜਾਂਦੇ ਆ।